ਹੈਲੋ ਫਰੈਂਡਸ, ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਸੋ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਂਬਰਿਜ ਇੰਗਲਿਸ਼ ਗ੍ਰਾਮਰ ਇਨ ਯੂਜ਼ ਬਾय ਰੈਮੰਡ ਮਰਫੀ 4th ਐਡੀਸ਼ਨ। ਉਸ ਦੀ ਆਪਾਂ ਯੂਨਿਟ ਹੈ ਜਿਹੜੀ ਉਹ ਕਰਾਂਗੇ 103 ਨੰਬਰ ਯੂਨਿਟ। ਇਸ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ, ਇਨਫ ਐਂਡ ਟੂ। ਇਹ ਦੋ ਸ਼ਬਦ ਨੇ ਇਨਫ ਐਂਡ ਟੂ। ਇਹਨਾਂ ਦਾ ਯੂਜ਼ ਆਪਾਂ ਕਦੋਂ ਕਰਨਾ ਹੈ, ਕਿਵੇਂ ਕਰਨਾ ਹੈ, ਔਰ ਇਹਨਾਂ ਦੋਵਾਂ ਹੀ ਸ਼ਬਦਾਂ ਦੇ ਵਿੱਚ ਕੀ ਡਿਫਰੈਂਸ ਹੈ। ਅਕਸਰ ਜਿਹੜੇ ਸਟੂਡੈਂਟਸ ਨੇ ਇਹਨਾਂ ਦਾ ਜਦੋਂ ਯੂਜ਼ ਕਰਦੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਇਹਨਾਂ ਦੋਵਾਂ ਸ਼ਬਦਾਂ ਦੇ ਵਿੱਚ ਕੀ ਡਿਫਰੈਂਸ ਹੈ, ਆਪਾਂ ਕਿਸ ਸੈਂਟੈਂਸ ਦੇ ਵਿੱਚ ਕਿਹੜੇ ਸ਼ਬਦ ਦਾ ਯੂਜ਼ ਕਰਨਾ ਹੈ। ਕਿਉਂਕਿ ਜਿਹੜੇ ਸਟੂਡੈਂਟਸ ਨੇ ਇਹਨਾਂ ਦੋਵਾਂ ਹੀ ਸ਼ਬਦਾਂ ਦਾ ਇੱਕੋ ਹੀ ਮੀਨਿੰਗ ਲੈਂਦੇ ਨੇ, ਇਨਫ ਅਤੇ ਟੂ, ਮਤਲਬ ਕਿ ਜ਼ਿਆਦਾ, ਬਹੁਤ ਜ਼ਿਆਦਾ, ਹੈ ਨਾ। ਬਟ ਅਜਿਹਾ ਬਿਲਕੁਲ ਨਹੀਂ ਹੈ। ਆਪਾਂ ਸੈਂਟੈਂਸ ਦੇ ਵਿੱਚ ਇਹਨਾਂ ਚੋਂ ਕਿਸ ਦਾ ਯੂਜ਼ ਕਰਨਾ ਹੈ ਉਸ ਦਾ ਵੀ ਰੂਲ ਹੈ। ਆਪਾਂ ਇਹ ਨਹੀਂ ਹੈ ਕਿ ਕਿਸੇ ਵੀ ਸੈਂਟੈਂਸ ਦੇ ਵਿੱਚ ਦੋਵਾਂ ਦੇ ਵਿੱਚੋਂ ਕਿਸੇ ਦਾ ਵੀ ਯੂਜ਼ ਕਰ ਲਵਾਂਗੇ। ਹੁਣ ਆਪਣੀ ਇਸ ਯੂਨਿਟ ਦੇ ਵਿੱਚ ਆਪਾਂ ਨੇ ਕਿੱਥੇ ਕਿਸ ਦਾ ਯੂਜ਼ ਕਰਨਾ ਹੈ ਉਹ ਆਪਾਂ ਸਮਝਾਂਗੇ। ਸਭ ਤੋਂ ਪਹਿਲਾਂ ਇਹਨਾਂ ਦੋਵਾਂ ਦੇ ਵਿੱਚ ਕੀ ਡਿਫਰੈਂਸ ਹੈ ਆਪਾਂ ਉਹ ਜਾਣਦੇ ਹਾਂ। ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਨੇ ਕਿਸੇ ਸੈਂਟੈਂਸ ਦੇ ਵਿੱਚ ਕਿਹੜੀ ਜਗ੍ਹਾ ਤੇ ਯੂਜ਼ ਕਰਨਾ ਹੈ ਉਹ ਵੀ ਲਾਜ਼ਮੀ ਆਪਾਂ ਨੂੰ ਜਾਣਨਾ। ਸੋ ਸਭ ਤੋਂ ਪਹਿਲਾਂ ਦੇਖੋ ਇਹਨਾਂ ਦੋਵਾਂ ਸ਼ਬਦਾਂ ਦੇ ਵਿੱਚ ਕੀ ਡਿਫਰੈਂਸ ਹੈ। ਸਭ ਤੋਂ ਪਹਿਲਾਂ ਇਨਫ। ਇਨਫ ਦਾ ਮਤਲਬ ਕੀ ਹੁੰਦਾ ਹੈ, ਸਫੀਸ਼ੀਐਂਟ ਜਾਂ ਫਿਰ ਨੈਸੈਸਰੀ। ਮਤਲਬ ਕਿ ਆਪਾਂ ਮੰਨ ਲਓ ਕਿਸੇ ਚੀਜ਼ ਦੀ ਗੱਲ ਕਰ ਰਹੇ ਹਾਂ, ਕੋਈ ਵੀ ਆਪਣੇ ਲਵੇ ਕੋਈ ਚੀਜ਼ ਹੈ, ਪ੍ਰੋਡਕਟ ਹੈ, ਕੁਝ ਵੀ ਹੈ, ਉਹ ਜੇਕਰ ਆਪਣੇ ਲਵੇ ਸਫੀਸ਼ੀਐਂਟ ਹੈ, ਮਤਲਬ ਕਿ ਜਿੰਨੇ ਦੀ ਆਪਾਂ ਨੂੰ ਜ਼ਰੂਰਤ ਹੈ ਆਪਣੇ ਕੋਲ ਓਨਾ ਹੀ ਹੈ, ਬਿਲਕੁਲ ਐਗਜ਼ੈਕਟ, ਘੱਟ ਨਾ ਵੱਧ, ਤਾਂ ਆਪਾਂ ਉੱਥੇ ਇਨਫ ਦਾ ਯੂਜ਼ ਕਰ ਸਕਦੇ ਹਾਂ। ਬਟ ਟੂ ਦਾ ਯੂਜ਼ ਆਪਾਂ ਉਦੋਂ ਕਰਦੇ ਜਦੋਂ ਆਪਣੇ ਕੋਲ ਮੋਰ ਦੈਨ ਵਟ ਇਜ਼ ਸਫੀਸ਼ੀਐਂਟ ਔਰ ਨੈਸੈਸਰੀ। ਜਿੰਨੀ ਚੀਜ਼ ਦੀ ਆਪਾਂ ਨੂੰ ਜ਼ਰੂਰਤ ਹੈ ਆਪਣੇ ਕੋਲ ਉਹ ਚੀਜ਼ ਉਸ ਜ਼ਰੂਰਤ ਤੋਂ ਜ਼ਿਆਦਾ ਹੈ, ਤਾਂ ਉਦੋਂ ਆਪਾਂ ਟੂ ਦਾ ਯੂਜ਼ ਕਰਦੇ ਹਾਂ। ਬਟ ਜੇਕਰ ਜਿੰਨੀ ਚੀਜ਼ ਦੀ ਆਪਾਂ ਨੂੰ ਜ਼ਰੂਰਤ ਹੈ ਆਪਣੇ ਕੋਲ ਓਨੀ ਚੀਜ਼ ਹੈਗੀ ਹੈ ਐਗਜ਼ੈਕਟ, ਫਿਰ ਆਪਾਂ ਇਨਫ ਦਾ ਯੂਜ਼ ਕਰਦੇ ਹਾਂ। ਬਿਲਕੁਲ ਇੱਕ ਸਹੀ ਉਦਾਹਰਨ ਦੇਖੋ। ਮੰਨ ਲਓ ਆਪਾਂ ਨੂੰ ਖੰਡ, ਚੀਨੀ ਦੀ ਜ਼ਰੂਰਤ ਹੈ, ਸ਼ੂਗਰ, ਆਪਾਂ ਨੂੰ 1 ਕਿਲੋ ਸ਼ੂਗਰ ਦੀ ਜ਼ਰੂਰਤ ਹੈ ਔਰ ਆਪਣੇ ਕੋਲ 1 ਕਿਲੋ ਖੰਡ ਹੈਗੀ ਹੈ, ਤਾਂ ਆਪਾਂ ਉੱਥੇ ਇਨਫ ਦਾ ਯੂਜ਼ ਕਰ ਸਕਦੇ ਹਾਂ। ਆਪਾਂ ਕਹਿ ਸਕਦੇ ਹਾਂ ਆਈ ਹੈਵ ਇਨਫ ਸ਼ੂਗਰ। ਆਪਾਂ ਕਹਿ ਸਕਦੇ ਹਾਂ ਆਈ ਹੈਵ ਇਨਫ ਸ਼ੂਗਰ, ਵੀ ਮੇਰੇ ਕੋਲ ਜਿੰਨੀ ਮੈਨੂੰ ਖੰਡ ਚਾਹੀਦੀ ਸੀ 1 ਕਿਲੋ, ਮੇਰੇ ਕੋਲ 1 ਕਿਲੋ ਇਨਫ ਹੈ, ਮੇਰੇ ਕੋਲ ਹੈਗੀ ਹੈ। ਬਟ ਜੇਕਰ ਆਪਾਂ ਨੂੰ ਚੀਨੀ ਚਾਹੀਦੀ ਸੀ 1 ਕਿਲੋ ਬਟ ਆਪਣੇ ਕੋਲ ਹੈਗੀ ਹੈ 5 ਕਿਲੋ 6 ਕਿਲੋ, ਤਾਂ ਆਪਣੇ ਕੋਲ ਜ਼ਰੂਰਤ ਤੋਂ ਜ਼ਿਆਦਾ ਹੋਗੀ, ਫਿਰ ਆਪਾਂ ਟੂ ਦਾ ਆਪਾਂ ਯੂਜ਼ ਕਰ ਸਕਦੇ ਹਾਂ। ਤਾਂ ਆਪਾਂ ਕਹਿ ਸਕਦੇ ਹਾਂ ਆਈ ਹੈਵ ਟੂ ਮੱਚ ਸ਼ੂਗਰ। ਟੂ ਮੱਚ ਸ਼ੂਗਰ, ਟੂ ਮੱਚ ਮਤਲਬ ਕਿ ਜਿੰਨੇ ਦੀ ਜ਼ਰੂਰਤ ਸੀ ਆਪਣੇ ਕੋਲ ਉਸ ਤੋਂ ਜ਼ਿਆਦਾ ਹੈ। ਸੋ ਇਹ ਇਹਨਾਂ ਦੋਵਾਂ ਦੇ ਵਿੱਚ ਡਿਫਰੈਂਸ ਹੈ। ਸੋ ਕਿਸੇ ਵੀ ਸੈਂਟੈਂਸ ਦੇ ਵਿੱਚ ਜਦੋਂ ਆਪਾਂ ਸੈਂਟੈਂਸ ਪੜਾਂਗੇ ਆਪਾਂ ਨੂੰ ਪਤਾ ਚੱਲ ਜਾਏਗਾ ਕਿ ਕਿਸੇ ਚੀਜ਼ ਦੀ, ਜਿਸ ਚੀਜ਼ ਦੀ ਗੱਲ ਹੋ ਰਹੀ ਹੈ ਉਹ ਜਿੰਨੇ ਦੀ ਜ਼ਰੂਰਤ ਹੈ ਉਨੀ ਹੀ ਹੈ, ਫਿਰ ਤਾਂ ਇਨਫ। ਜੇਕਰ ਜਿੰਨੇ ਦੀ ਜ਼ਰੂਰਤ ਹੈ ਉਸ ਤੋਂ ਜ਼ਿਆਦਾ ਹੈ ਫਿਰ ਆਪਾਂ ਟੂ ਦਾ ਯੂਜ਼ ਕਰਾਂਗੇ। ਹੁਣ ਇਹਨਾਂ ਦਾ ਯੂਜ਼ ਆਪਾਂ ਸੈਂਟੈਂਸ ਦੇ ਵਿੱਚ ਕਿਸ ਜਗ੍ਹਾ ਤੇ ਕਰਨਾ ਹੈ ਉਹ ਵੀ ਆਪਾਂ ਨੂੰ ਜਾਣਨਾ ਲਾਜ਼ਮੀ ਹੈ। ਸਭ ਤੋਂ ਪਹਿਲਾਂ ਦੇਖੋ ਇਨਫ। ਇਨਫ ਦਾ ਯੂਜ਼ ਆਪਾਂ ਐਡਜੈਕਟਿਵ ਪਲਸ ਇਨਫ। ਹੁਣ ਦੇਖੋ ਐਡਜੈਕਟਿਵ ਤੁਹਾਨੂੰ ਪਤਾ ਹੈ ਐਡਜੈਕਟਿਵ ਕੀ ਹੁੰਦੇ ਨੇ, ਜਿਹੜੇ ਨਾਉਨ ਜਾਂ ਫਿਰ ਪ੍ਰੋਨਾਉਨ ਦੀ ਵਿਸ਼ੇਸ਼ਤਾ ਦੱਸਦੇ ਨੇ। ਜਿਸ ਤਰ੍ਹਾਂ ਆਪਾਂ ਕਹੀਏ ਰਾਮ ਇਜ਼ ਇੰਟੈਲੀਜੈਂਟ। ਹੁਣ ਇੱਥੇ ਇੰਟੈਲੀਜੈਂਟ ਕੌਣ ਹੈ, ਰਾਮ, ਮਤਲਬ ਕਿ ਰਾਮ ਇੱਕ ਲੜਕਾ ਹੈ ਤਾਂ ਉਸ ਦੀ ਵਿਸ਼ੇਸ਼ਤਾ ਦੱਸ ਰਿਹਾ, ਜਾਂ ਫਿਰ ਹੀ ਇਜ਼ ਇੰਟੈਲੀਜੈਂਟ, ਇੱਕੋ ਗੱਲਬਾਤ ਹੈ, ਤਾਂ ਇਹ ਐਡਜੈਕਟਿਵ ਹੋ ਗਿਆ। ਤਾਂ ਇੰਟੈਲੀਜੈਂਟ ਤੋਂ ਬਾਅਦ ਆਪਾਂ ਇਨਫ ਦਾ ਯੂਜ਼ ਕਰਾਂਗੇ। ਰਾਮ ਇਜ਼ ਇੰਟੈਲੀਜੈਂਟ ਇਨਫ, ਤਾਂ ਇਸ ਤਰ੍ਹਾਂ ਮਤਲਬ ਕਿ ਐਡਜੈਕਟਿਵ ਤੋਂ ਬਾਅਦ ਯੂਜ਼ ਕਰਨਾ ਹੈ ਇਨਫ ਦਾ ਕਿਸੇ ਸੈਂਟੈਂਸ ਦੇ ਵਿੱਚ। ਜੇਕਰ ਇਨਫ ਦਾ ਯੂਜ਼ ਕਰਨਾ ਹੋਵੇ ਤਾਂ ਐਡਜੈਕਟਿਵ ਤੋਂ ਬਾਅਦ। ਜਾਂ ਫਿਰ ਦੂਸਰਾ ਦੇਖੋ, ਇੱਕ ਐਗਜ਼ਾਮਪਲ ਵੀ ਹੈ ਐਡਜੈਕਟਿਵ ਪਲਸ ਇਨਫ। ਦੇਖੋ ਦ ਕੌਫੀ ਇਜ਼ ਹੌਟ ਇਨਫ। ਹੌਟ ਇਨਫ। ਹੁਣ ਦੇਖੋ ਜਿਹੜੀ ਕੌਫੀ ਹੈ ਕਹਿੰਦਾ ਉਹ ਕਾਫੀ ਗਰਮ ਹੈ। ਇਹਦਾ ਮਤਲਬ ਇਹ ਨਹੀਂ ਕਿ ਕਾਫੀ ਗਰਮ ਹੈ, ਬਹੁਤ ਜ਼ਿਆਦਾ ਗਰਮ ਹੈ, ਵੀ ਜ਼ਰੂਰਤ ਤੋਂ ਜ਼ਿਆਦਾ ਗਰਮ ਹੈ, ਨਹੀਂ, ਜ਼ਰੂਰਤ ਤੋਂ ਜ਼ਿਆਦਾ ਗਰਮ ਨਹੀਂ। ਕਿਉਂਕਿ ਇਨਫ ਦਾ ਯੂਜ਼ ਆਪਾਂ ਕਰਦੇ ਹਾਂ ਵੀ ਜਦੋਂ ਕੋਈ ਚੀਜ਼ ਸਫੀਸ਼ੀਐਂਟ ਜਾਂ ਫਿਰ ਨੈਸੈਸਰੀ, ਵੀ ਜਿੰਨੀ ਗਰਮ ਹੋਣੀ ਚਾਹੀਦੀ ਸੀ ਓਨੀ ਗਰਮ ਹੈ। ਦ ਕੌਫੀ ਇਜ਼ ਹੌਟ ਇਨਫ, ਕਿ ਕੌਫੀ ਹੈ ਜਿਹੜੀ ਉਹ ਮਤਲਬ ਕਿ ਜਿੰਨੀ ਜ਼ਰੂਰਤ ਸੀ ਓਨੀ ਗਰਮ ਹੈ। ਹੁਣ ਇੱਥੇ ਹੌਟ ਐਡਜੈਕਟਿਵ ਹੈ ਦੇਖੋ, ਤਾਂ ਐਡਜੈਕਟਿਵ ਤੋਂ ਬਾਅਦ ਇਨਫ ਦਾ ਯੂਜ਼ ਹੋਇਆ, ਐਡਜੈਕਟਿਵ ਪਲਸ ਇਨਫ। ਅਗਲਾ ਵਰਬ ਪਲਸ ਇਨਫ। ਜੇਕਰ ਕਿਸੇ ਸੈਂਟੈਂਸ ਦੇ ਵਿੱਚ ਇਨਫ ਦਾ ਯੂਜ਼ ਕਰਨਾ ਹੈ, ਉੱਥੇ ਐਡਜੈਕਟਿਵ ਨਹੀਂ ਹੈ, ਤਾਂ ਆਪਾਂ ਵਰਬ ਤੋਂ ਬਾਅਦ ਉਸ ਦਾ ਯੂਜ਼ ਕਰਾਂਗੇ। ਜਿਸ ਤਰ੍ਹਾਂ ਦੇਖੋ ਯੂ ਹੈਵ ਡਨ ਇਨਫ ਫॉर ਟੁਡੇ, ਮਤਲਬ ਯੂ ਹੈਵ ਡਨ ਇਨਫ ਫॉर ਟੁਡੇ, ਵੀ ਅੱਜ ਦੇ ਲਈ ਤੁਸੀਂ ਨੇ ਬਹੁਤ ਕਰ ਲਿਆ, ਮਤਲਬ ਕੰਮ ਕਰ ਲਿਆ, ਜੋ ਵੀ ਕਰ ਲਿਆ। ਤਾਂ ਦੇਖੋ ਡਨ ਵਰਬ ਦੀ ਫਾਰਮ ਆ ਗਈ, ਇਨਫ ਮਤਲਬ ਕਿ ਜਿੰਨੇ ਕੰਮ ਦੀ ਜ਼ਰੂਰਤ ਸੀ ਨੈਸੈਸਰੀ ਉਹਨਾਂ ਤੁਸੀਂ ਨੇ ਅੱਜ ਦੇ ਲਈ ਕਰ ਲਿਆ। ਵਰਬ ਪਲਸ ਇਨਫ, ਤੁਸੀਂ ਬਸ ਇਹ ਯਾਦ ਰੱਖਣਾ ਹੈ।
ਅਗਲਾ ਦੇਖੋ ਲਾਸਟ, ਇਨਫ ਦਾ ਯੂਜ਼ ਆਪਾਂ ਪਹਿਲਾਂ ਕਦੋਂ ਕਰਦੇ ਆ? ਪਲੱਸ ਨਾउन, ਨਾउन ਤੋਂ ਪਹਿਲਾਂ ਯੂਜ਼ ਕਰਾਂਗੇ। ਜੇ ਤਾਂ ਐਡਜੈਕਟਿਵ ਹੈ ਜਾਂ ਵਰਬ ਹੈ ਫਿਰ ਤਾਂ ਉਹਨਾਂ ਤੋਂ ਬਾਅਦ ਯੂਜ਼ ਕਰਾਂਗੇ, ਜਿਸ ਤਰ੍ਹਾਂ ਹੌਟ ਇਨਫ, ਜਿਸ ਤਰ੍ਹਾਂ ਡਨ ਇਨਫ। ਬਟ ਜੇਕਰ ਕੋਈ ਨਾਮ ਹੈ, ਨਾਮ ਦੇ ਨਾਲ ਇਨਫ ਯੂਜ਼ ਹੋ ਰਿਹਾ ਫਿਰ ਆਪਾਂ ਉਸ ਤੋਂ ਪਹਿਲਾਂ ਯੂਜ਼ ਕਰਾਂਗੇ। ਜਿਸ ਤਰ੍ਹਾਂ ਦੇਖੋ ਹੀ ਹੈਜ਼ ਇਨਫ ਮਨੀ, ਦੇਖੋ ਇਹ ਮਨੀ ਕੀ ਸੀ? ਮਨੀ ਮਤਲਬ ਪੈਸਾ, ਇੱਕ ਨਾउन ਹੈ ਔਰ ਆਪਾਂ ਇਸ ਨਾਮ ਦੇ ਲਈ ਯੂਜ਼ ਕਰ ਰਹੇ ਹਾਂ ਕਿ ਮੇਰੇ ਕੋਲ ਜਿਹੜਾ ਪੈਸਾ ਉਹ ਨੈਸੈਸਰੀ ਜਿੰਨਾ ਹੋਣਾ ਚਾਹੀਦਾ, ਸਫੀਸ਼ੀਐਂਟ ਉਹਨਾਂ ਹੈਗਾ, ਤਾਂ ਕਰਕੇ ਇਨਫ ਆਪਾਂ ਨੇ ਪਹਿਲਾਂ ਯੂਜ਼ ਕਰਿਆ। ਜਿਸ ਤਰ੍ਹਾਂ ਕਿ ਤੁਹਾਨੂੰ ਸ਼ੂਗਰ ਦੀ ਐਗਜ਼ਾਮਪਲ ਦੇ ਕੇ ਹਟਿਆ, ਆਪਾਂ ਕਿਹਾ ਸੀ ਆਈ ਹੈਵ ਇਨਫ ਸ਼ੂਗਰ, ਵੀ ਜਿਹੜੀ ਮੇਰੇ ਕੋਲ ਸ਼ੂਗਰ ਹੈ ਉਹ ਇਨਫ ਹੈ, ਕਾਫੀ ਹੈ, ਜਿੰਨੀ ਜ਼ਰੂਰਤ ਸੀ। ਤਾਂ ਸ਼ੂਗਰ ਖੰਡ ਮਤਲਬ ਇੱਕ ਨਾਮ ਹੈ, ਤਾਂ ਆਪਾਂ ਦੇਖੋ ਨਾਮ ਤੋਂ ਪਹਿਲਾਂ ਯੂਜ਼ ਕਰਿਆ ਇਨਫ ਸ਼ੂਗਰ। ਤਾਂ ਇਸ ਤਰ੍ਹਾਂ ਇਨਫ ਦਾ ਯੂਜ਼ ਇਸ ਤਿੰਨ ਤਰੀਕਿਆਂ ਨਾਲ ਕੀਤਾ ਜਾਂਦਾ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਨਾਮ ਤੋਂ ਪਹਿਲਾਂ, ਵਰਬ ਤੋਂ ਬਾਅਦ, ਐਡਜੈਕਟਿਵ ਤੋਂ ਵੀ ਬਾਅਦ। ਹੁਣ ਆ ਜਾਓ TOO, ਟੂ ਦਾ ਜਿਹੜਾ ਯੂਜ਼ ਹੈ ਉਹ ਐਡਜੈਕਟਿਵ ਤੋਂ ਪਹਿਲਾਂ ਕੀਤਾ ਜਾਂਦਾ ਹੈ, ਇਹ ਉਲਟਾ ਉਸ ਤੋਂ। ਟੂ ਦਾ ਯੂਜ਼ ਐਡਜੈਕਟਿਵ ਤੋਂ ਪਹਿਲਾਂ। ਜਿਸ ਤਰ੍ਹਾਂ ਦੇਖੋ ਦ ਕਾਫੀ ਇਜ਼ ਟੂ ਹੌਟ, TOO, ਟੂ ਹੌਟ, ਆਈ ਕਾਂਟ ਡਰਿੰਕ। ਦੇਖੋ ਆਈ ਕਾਂਟ ਡਰਿੰਕ ਮਤਲਬ ਕਿ ਮੈਂ ਪੀ ਨਹੀਂ ਸਕਦਾ। ਹੁਣ ਆਪਾਂ ਜਦੋਂ ਕਹਾਂਗੇ ਮੈਂ ਪੀ ਨਹੀਂ ਸਕਦਾ, ਇਹਦਾ ਮਤਲਬ ਕਾਫੀ ਜ਼ਰੂਰਤ ਤੋਂ ਜ਼ਿਆਦਾ ਗਰਮ ਹੈ, ਤੇ ਟੂ ਦਾ ਯੂਜ਼ ਆਪਾਂ ਉਹਦੀ ਕਰਦੇ ਹਾਂ ਜਦੋਂ ਕਿਸੇ ਚੀਜ਼ ਦੀ ਜਿੰਨੀ ਜ਼ਰੂਰਤ ਹੁੰਦੀ ਹੈ ਉਸ ਤੋਂ ਜ਼ਿਆਦਾ ਹੋਵੇ। ਹੁਣ ਇੱਥੇ ਟੂ ਦਾ ਯੂਜ਼ ਆਪਾਂ ਨੇ ਯੂਜ਼ ਕੀਤਾ ਕਿਉਂਕਿ ਜ਼ਰੂਰਤ ਤੋਂ ਜ਼ਿਆਦਾ ਗਰਮ ਹੈ। ਬਟ ਅਗਲੀ ਗੱਲ ਦੇਖੋ, ਐਡਜੈਕਟਿਵ ਤੋਂ ਪਹਿਲਾਂ ਤਾਂ ਇੱਥੇ ਹੌਟ ਦੀ ਗੱਲ ਹੋ ਰਹੀ ਹੈ, ਕੁੱਲ ਮਿਲਾ ਕੇ ਗਰਮ ਜ਼ਿਆਦਾ ਹੈ, ਔਰ ਇੱਥੇ ਗਰਮ ਇਨਫ ਸੀ ਵੀ ਜਿੰਨੀ ਚਾਹੀਦੀ ਸੀ। ਤਾਂ ਦੇਖੋ ਹੌਟ ਤੋਂ ਬਾਅਦ ਇਨਫ, ਇੱਥੇ ਹੌਟ ਤੋਂ ਪਹਿਲਾਂ TOO, ਇਹ ਚੀਜ਼ ਦਾ ਖਿਆਲ ਰੱਖਣਾ ਤੁਸੀਂ ਨੇ। ਔਰ ਬਾਕੀ ਯੂਜ਼ ਕਿਸ ਤਰ੍ਹਾਂ ਕਰਨਾ ਹੈ? ਜੇਕਰ ਸਫੀਸ਼ੀਐਂਟ ਹੈ ਮਤਲਬ ਜਿੰਨੇ ਦੀ ਜ਼ਰੂਰਤ ਹੈ ਉਨਾ ਹੀ ਹੈ ਇਨਫ, ਜੇਕਰ ਜ਼ਰੂਰਤ ਤੋਂ ਜ਼ਿਆਦਾ ਤਾਂ ਟੂ। ਅਗਲਾ ਟੂ ਪਲੱਸ ਐਡਵਰਬ, ਜੇਕਰ ਕਿਸੇ ਐਡਵਰਬ ਦੇ ਨਾਲ TOO ਦਾ ਯੂਜ਼ ਹੋ ਰਿਹਾ ਹੈ। ਐਡਵਰਬ ਕੀ ਹੁੰਦਾ ਹੈ? ਜਿਹੜਾ ਕਿਸੇ ਵਰਬ ਦੀ ਵਿਸ਼ੇਸ਼ਤਾ ਦੱਸਦਾ ਹੈ। ਹੁਣ ਦੇਖੋ ਐਡਜੈਕਟਿਵ ਕੀ ਹੁੰਦਾ ਹੈ? ਜਿਹੜਾ ਕਿਸੇ ਨਾਮ ਜਾਂ ਫਿਰ ਪੜਨਾਮ ਦੀ ਵਿਸ਼ੇਸ਼ਤਾ ਦੱਸਦਾ, ਨਾउन ਜਾਂ ਪ੍ਰੋਨਾउन। ਜਿਸ ਤਰ੍ਹਾਂ ਆਪਾਂ ਕਹਿੰਦੇ ਆ ਰਾਮ ਇਜ਼ ਇੰਟੈਲੀਜੈਂਟ, ਰਾਮ ਇੰਟੈਲੀਜੈਂਟ ਹੈ, ਇੱਥੇ ਇੰਟੈਲੀਜੈਂਟ ਰਾਮ ਹੈ। ਬਟ ਜੇਕਰ ਆਪਾਂ ਕਹੀਏ ਰਾਮ ਰਨਜ਼ ਫਾਸਟ, ਹੁਣ ਜਿਹੜਾ ਫਾਸਟ ਸ਼ਬਦ ਹੈ ਇਹ ਰਾਮ ਦੇ ਲਈ ਯੂਜ਼ ਨਹੀਂ ਕੀਤਾ ਗਿਆ ਕਿ ਰਾਮ ਫਾਸਟ ਹੈ, ਰਾਮ ਫਾਸਟ ਨਹੀਂ ਹੈਗਾ, ਰਾਮ ਦੌੜਦਾ ਫਾਸਟ ਹੈ, ਮਤਲਬ ਕਿ ਰਨਜ਼ ਫਾਸਟ, ਜਿਹੜਾ ਫਾਸਟ ਹੈ ਇਹ ਰਨਜ਼ ਦੇ ਲਈ ਯੂਜ਼ ਕੀਤਾ ਗਿਆ ਕਿ ਦੌੜਦਾ ਤੇਜ਼ ਹੈ। ਤਾਂ ਇਹ ਵਰਬ ਦੀ ਵਿਸ਼ੇਸ਼ਤਾ ਦੱਸ ਰਿਹਾ ਨਾ ਕਿ ਰਾਮ ਦੀ, ਇਸ ਲਈ ਉਹ ਐਡਵਰਬ ਹੁੰਦੇ ਨੇ। ਐਡਵਰਬ ਤੋਂ ਵੀ ਆਪਾਂ ਪਹਿਲਾਂ ਯੂਜ਼ ਕਰਾਂਗੇ TOO ਦਾ। ਦੇਖੋ ਜਿਸ ਤਰ੍ਹਾਂ ਐਗਜ਼ਾਮਪਲ ਹੀ ਡਰਾਈਵਜ਼ ਟੂ ਫਾਸਟ, ਦੇਖੋ ਹੀ ਡਰਾਈਵਜ਼ ਉਹ ਚਲਾਉਂਦਾ ਹੈ, ਕੀ ਚਲਾਉਂਦਾ ਹੈ? ਫਾਸਟ ਚਲਾਉਂਦਾ ਹੈ ਗੱਡੀ, ਬਹੁਤ ਜ਼ਿਆਦਾ ਫਾਸਟ, ਬਹੁਤ ਜ਼ਿਆਦਾ, ਜ਼ਰੂਰਤ ਤੋਂ ਜ਼ਿਆਦਾ ਫਾਸਟ ਚਲਾਉਂਦਾ ਹੈ, ਤਾਂ TOO। ਤਾਂ ਟੂ ਦਾ ਯੂਜ਼ ਆਪਾਂ ਨੇ ਪਹਿਲਾਂ ਕੀਤਾ ਫਾਸਟ ਤੋਂ। ਦੇਖੋ ਮਤਲਬ ਕਿ ਐਡਵਰਬ ਤੋਂ ਵੀ ਪਹਿਲਾਂ ਯੂਜ਼ ਕਰਾਂਗੇ TOO ਦਾ। ਅਗਲਾ ਟੂ ਮੱਚ ਪਲੱਸ ਅਨਕਾਊਂਟੇਬਲ ਨਾउन। ਟੂ ਮੱਚ ਦਾ ਮਤਲਬ ਹੁੰਦਾ ਹੈ ਜ਼ਿਆਦਾ, ਜ਼ਰੂਰਤ ਤੋਂ ਜ਼ਿਆਦਾ। ਤਾਂ ਟੂ ਮੱਚ ਦਾ ਜ਼ਰੂਰਤ ਹੈ ਜਿਹੜਾ ਆਪਾਂ, ਕਿਉਂਕਿ ਮੱਚ ਅਨਕਾਊਂਟੇਬਲ ਦੇ ਲਈ ਯੂਜ਼ ਹੁੰਦਾ, ਇਸ ਲਈ ਟੂ ਮੱਚ ਤੋਂ ਬਾਅਦ ਪਲੱਸ ਅਨਕਾਊਂਟੇਬਲ ਨਾउन ਆਏਗਾ। ਇੱਧਰ ਆਪਣੇ ਕੋਲ ਕੀ ਸੀ? ਇਨਫ ਤੋਂ ਬਾਅਦ ਕੱਲਾ ਨਾउन। ਬਟ ਜੇਕਰ ਜ਼ਰੂਰਤ ਤੋਂ ਜ਼ਿਆਦਾ ਹੈ ਕੋਈ ਨਾਮ, ਜ਼ਰੂਰਤ ਤੋਂ ਜ਼ਿਆਦਾ, ਜਿਵੇਂ ਸ਼ੂਗਰ ਜ਼ਰੂਰਤ ਤੋਂ ਜ਼ਿਆਦਾ, ਆਪਾਂ ਟੂ ਮੱਚ ਸ਼ੂਗਰ ਕਿਹਾ ਸੀ, ਹਨਾ। ਤਾਂ ਟੂ ਮੱਚ ਅਨਕਾਊਂਟੇਬਲ ਦੇ ਲਈ, ਤਾਂ ਉਸ ਤੋਂ ਬਾਅਦ ਅਨਕਾਊਂਟੇਬਲ ਨਾउन। ਜੇਕਰ ਕਾਊਂਟੇਬਲ ਹੈ ਕੋਈ ਤਾਂ ਟੂ ਮੈਨੀ ਲਗਾ ਕੇ ਕਾਊਂਟੇਬਲ ਨਾउन। ਜਿਸ ਤਰ੍ਹਾਂ ਦੇਖੋ ਐਗਜ਼ਾਮਪਲ देयर इज टू मच ਸ਼ੂਗਰ ਇਨ ਮਾਈ ਕਾਫੀ। ਦੇਖੋ ਮੇਰੀ ਕਾਫੀ ਦੇ ਵਿੱਚ ਟੂ ਮੱਚ ਸ਼ੂਗਰ ਕੀ ਹੋ ਗਿਆ? ਅਨਕਾਊਂਟੇਬਲ ਨਾਮ ਹੈ ਇੱਕ, ਤਾਂ ਉਸ ਤੋਂ ਪਹਿਲਾਂ ਟੂ ਮੱਚ ਆ ਗਿਆ, ਵੀ ਮਤਲਬ ਕਿ ਆਈ ਕਾਂਟ ਡਰਿੰਕ, ਮੈਂ ਪੀ ਨਹੀਂ ਸਕਦਾ, ਸ਼ੂਗਰ ਜਿਹੜੀ ਖੰਡ ਹੈ ਉਹ ਹੱਦ ਤੋਂ ਜ਼ਿਆਦਾ ਹੈ। ਬਟ ਟੂ ਮੈਨੀ ਕਾਊਂਟੇਬਲ ਦੇ ਲਈ, ਜਿਸ ਤਰ੍ਹਾਂ ਯੂ ਹੈਵ ਟੂ ਮੈਨੀ ਐਪਲਸ। ਦੇਖੋ ਟੂ ਮੈਨੀ, ਉਸ ਤੋਂ ਬਾਅਦ ਨਾउन ਆ ਗਿਆ ਐਪਲਸ, ਵੀ ਮਤਲਬ ਤੁਹਾਡੇ ਕੋਲ ਜਿਹੜੇ ਸੇਬ ਨੇ ਉਹ ਹੱਦ ਤੋਂ ਜ਼ਿਆਦਾ ਨੇ, ਤੁਸੀਂ ਖਾਣ ਵਾਲੇ 3 ਬੰਦੇ ਹੋ 4 ਬੰਦੇ ਹੋ, ਬਟ ਸੇਬ ਤੁਸੀਂ ਨੇ 10-15 ਕਿਲੋ ਲੈ ਰੱਖੇ ਨੇ, ਤਾਂ ਟੂ ਮੈਨੀ ਕਿਉਂਕਿ ਕਾਊਂਟੇਬਲ ਨੇ। ਤਾਂ ਇਸ ਤਰ੍ਹਾਂ ਸੋ ਇਹ ਤੁਸੀਂ ਨੇ ਯਾਦ ਰੱਖਣਾ ਇਹਨਾਂ ਦਾ ਯੂਜ਼। ਇਨਫ ਤੇ ਟੂ ਦੇ ਵਿੱਚ ਪਹਿਲਾਂ ਅੰਤਰ, ਉਸ ਤੋਂ ਬਾਅਦ ਇਹਨਾਂ ਦਾ ਯੂਜ਼ ਆਪਾਂ ਨੇ ਕਿੱਥੇ ਕਿੱਥੇ ਕਰਨਾ ਹੈ। ਹੁਣ ਦੇਖੋ ਸਟਾਰਟ ਕਰਦੇ ਆਪਾਂ ਆਪਣੀ ਯੂਨਿਟ ਦਾ ਫਸਟ ਪਾਰਟ। ਇਸ ਦੇ ਵਿੱਚ ਕੀ ਕਰਨਾ ਆਪਾਂ ਨੇ? ਕੰਪਲੀਟ ਦ ਸੈਂਟੈਂਸਸ ਯੂਜ਼ਿੰਗ ਇਨਫ। ਆਪਾਂ ਨੇ ਸੈਂਟੈਂਸ ਨੇ ਜਿਹੜੇ ਇਹ ਵਾਲੇ ਇਹ ਕੰਪਲੀਟ ਕਰਨੇ ਨੇ ਯੂਜ਼ਿੰਗ ਇਨਫ। ਆਪਾਂ ਨੇ ਇਨਫ ਦਾ ਹੀ ਯੂਜ਼ ਕਰਨਾ ਹੈ ਔਰ ਪਲੱਸ ਦ ਫੋਲੋਇੰਗ ਵਰਡਸ। ਉਸ ਤੋਂ ਬਾਅਦ ਇਨਫ ਦੇ ਨਾਲ ਆਪਾਂ ਨੇ ਜਿਹੜੇ ਇਹ ਸ਼ਬਦ ਨੇ ਇਹਨਾਂ ਦਾ ਆਪਾਂ ਨੇ ਯੂਜ਼ ਕਰਨਾ ਹੈ। ਆਪਾਂ ਨੇ ਪਹਿਲਾਂ ਸੈਂਟੈਂਸ ਪੜ੍ਹਨਾ ਹੈ,
ਸੈਂਟੈਂਸ ਦੀ ਸੈਂਸ ਤੋਂ ਆਪਾਂ ਨੂੰ ਪਤਾ ਚੱਲੇਗਾ ਕਿ ਜਿਹੜੇ ਉੱਪਰ ਆਪਾਂ ਨੂੰ ਸ਼ਬਦ ਦਿੱਤੇ ਗਏ ਨੇ ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਉੱਥੇ ਆਏਗਾ ਔਰ ਫਿਰ ਆਪਾਂ ਨੇ ਉਸ ਸ਼ਬਦ ਦੇ ਨਾਲ ਇਨਫ ਦਾ ਯੂਜ਼ ਕਰਨਾ ਹੈ। ਹੁਣ ਆਪਾਂ ਦੇਖਣਾ ਆਪਾਂ ਨੂੰ ਇਹ ਪਏਗਾ ਕਿ ਜਦੋਂ ਆਪਾਂ ਉਸ ਸ਼ਬਦ ਨੂੰ ਫਿਲ ਕਰਾਂਗੇ ਬਲੈਂਕ ਦੇ ਵਿੱਚ, ਆਪਾਂ ਸਭ ਤੋਂ ਪਹਿਲਾਂ ਇਹ ਦੇਖਾਂਗੇ ਕਿ ਉਹ ਨਾਉਨ ਹੈ ਜਾਂ ਫਿਰ ਐਡਜੈਕਟਿਵ ਹੈ ਜਾਂ ਫਿਰ ਐਡਵਰਬ ਹੈ, ਕਿਉਂਕਿ ਆਪਾਂ ਇਨਫ ਦਾ ਯੂਜ਼ ਕਰਨਾ ਹੈ। ਜੇਕਰ ਨਾਉਨ ਹੋਇਆ ਫਿਰ ਆਪਾਂ ਉਸ ਤੋਂ ਪਹਿਲਾਂ ਇਨਫ ਦਾ ਯੂਜ਼ ਕਰਾਂਗੇ, ਜੇਕਰ ਐਡਜੈਕਟਿਵ ਹੋਇਆ ਤਾਂ ਫਿਰ ਆਪਾਂ ਇਨਫ ਦਾ ਯੂਜ਼ ਆ ਜਿਹੜਾ ਉਸ ਤੋਂ ਬਾਅਦ ਕਰਾਂਗੇ, ਜੇਕਰ ਵਰਬ ਹੋਈ ਤਾਂ ਵੀ ਆਪਾਂ ਉਸ ਤੋਂ ਬਾਅਦ ਯੂਜ਼ ਕਰਾਂਗੇ। ਇਸ ਗੱਲ ਦਾ ਤੁਸੀਂ ਨੇ ਖਿਆਲ ਰੱਖਣਾ ਹੈ। ਹੁਣ ਦੇਖੋ ਜਿਸ ਤਰ੍ਹਾਂ ਆਪਾਂ ਫਸਟ ਸੈਂਟੈਂਸ ਪੜ੍ਹਦੇ ਹਾਂ, ਇਨਫ ਦਾ ਹੀ ਯੂਜ਼ ਕਰਨਾ ਇਕੱਲਾ, ਤੁਸੀਂ ਨੇ ਇਨਫ ਵਾਲਾ ਦੇਖਣਾ ਸਿਰਫ। ਫਸਟ ਦੇ ਵਿੱਚ ਦੇਖੋ ਕੀ ਕਹਿ ਰਿਹਾ, ਆਈ ਕਾਂਟ ਰਨ ਵੈਰੀ ਫਾਰ, ਕਹਿੰਦਾ ਮੈਂ ਜ਼ਿਆਦਾ ਦੂਰੀ ਤੱਕ ਨਹੀਂ ਦੌੜ ਸਕਦਾ, ਮਤਲਬ ਮੈਂ ਜ਼ਿਆਦਾ ਦੂਰ ਨਹੀਂ ਦੌੜ ਸਕਦਾ। ਅੱਗੇ ਕੀ ਕਹਿ ਰਿਹਾ, ਆਈ ਐਮ ਨॉट ਡੈਸ਼। ਹੁਣ ਦੇਖੋ ਜੇਕਰ ਆਪਾਂ ਕਿਸੇ ਨੂੰ ਕਹਾਂਗੇ ਕਿ ਮੈਂ ਜ਼ਿਆਦਾ ਦੂਰ ਤੱਕ ਨਹੀਂ ਦੌੜ ਸਕਦਾ ਕਿਉਂਕਿ ਮੈਂ ਨਹੀਂ ਹੈਗਾ, ਮੈਂ ਕੀ ਨਹੀਂ ਹੈਗਾ, ਆਪਾਂ ਹੁਣ ਦੇਖੋ ਆਪਾਂ ਇਹ ਕਹਾਂਗੇ ਕਿਉਂਕਿ ਮੈਂ ਜ਼ਿਆਦਾ ਦੂਰੀ ਤੱਕ ਨਹੀਂ ਦੌੜ ਸਕਦਾ ਕਿਉਂਕਿ ਮੈਂ ਵੱਡਾ ਨਹੀਂ ਹੈਗਾ, ਵੱਡਾ ਹੋਣ ਦਾ ਤਾਂ ਕੋਈ ਸੰਬੰਧ ਨਹੀਂ। ਮੈਂ ਕੁਰਸੀ ਨਹੀਂ ਹੈਗਾ, ਮੈਂ ਕੁਰਸੀਆਂ ਨਹੀਂ ਹੈਗਾ, ਚੇਅਰਸ, ਇਹ ਵੀ ਕੋਈ ਗੱਲ ਨਹੀਂ ਬਣੀ ਹੈ ਨਾ। ਮੈਂ ਕੱਪਸ ਨਹੀਂ ਹੈਗਾ, ਇਹ ਵੀ ਕੋਈ ਗੱਲ ਨਹੀਂ ਬਣੀ। ਮੈਂ ਫਿੱਟ ਨਹੀਂ ਹੈਗਾ, ਦੇਖੋ ਇਹ ਆਉਂਦਾ ਇੱਥੇ, ਮੈਂ ਫਿੱਟ। ਆਪਾਂ ਇਹ ਕਹਿ ਸਕਦੇ ਹਾਂ ਕਿ ਮੈਂ ਜ਼ਿਆਦਾ ਦੂਰੀ ਤੱਕ ਨਹੀਂ ਦੌੜ ਸਕਦਾ ਕਿਉਂਕਿ ਮੈਂ ਫਿੱਟ, ਆਈ ਐਮ ਨॉट ਫਿੱਟ, ਕਿਉਂਕਿ ਮੈਂ ਫਿੱਟ ਨਹੀਂ ਹੈਗਾ, ਆਈ ਐਮ ਨॉट ਫਿੱਟ, ਤਾਂ ਇੱਥੇ ਫਿੱਟ ਆਏਗਾ। ਹੁਣ ਅਗਲੀ ਗੱਲ ਆਪਾਂ ਨਾਲ ਇਨਫ ਦਾ ਯੂਜ਼ ਕਰਨਾ ਹੈ। ਹੁਣ ਇਹ ਦੇਖੋ ਜਿਹੜਾ ਫਿੱਟ ਹੈ, ਇਹ ਫਿੱਟ ਕੀ ਹੈ, ਨਾਉਨ ਹੈ ਜਾਂ ਫਿਰ ਐਡਜੈਕਟਿਵ ਹੈ। ਇੱਕ ਤੁਹਾਨੂੰ ਬਹੁਤ ਹੀ ਸਿੰਪਲ ਜਿਹਾ ਤਰੀਕਾ ਦੱਸਦਾ ਮੈਂ, ਜੇਕਰ ਤੁਸੀਂ ਐਡਜੈਕਟਿਵ ਅਤੇ ਨਾਉਨ ਦੇ ਵਿੱਚ ਫਰਕ ਪਤਾ ਕਰਨਾ ਹੋਵੇ ਕਿਸੇ ਵੀ ਸ਼ਬਦ ਦੇ ਵਿੱਚ, ਜਿਹੜਾ ਸ਼ਬਦ ਆਪਾਂ ਕਿਸੇ ਇਨਸਾਨ ਦੇ ਲਈ ਯੂਜ਼ ਕਰ ਸਕਦੇ ਹਾਂ, ਕਹਿ ਸਕਦੇ ਹਾਂ ਕਿਸੇ ਇਨਸਾਨ ਨੂੰ, ਉਹ ਐਡਜੈਕਟਿਵ ਹੈ। ਜੇਕਰ ਆਪਾਂ ਨਹੀਂ ਕਹਿ ਸਕਦੇ ਤਾਂ ਫਿਰ ਉਹ ਨਾਉਨ ਹੈ। ਕਹਿ ਸਕਦੇ ਹਾਂ ਮਤਲਬ ਕਿ ਕਿਸ ਤਰ੍ਹਾਂ, ਦੇਖੋ ਮੰਨ ਲਓ ਆਪਣੇ ਸਾਹਮਣੇ ਕੋਈ ਵਿਅਕਤੀ ਹੈ, ਰਾਮ ਹੈ, ਮੰਨ ਲਓ ਰਾਮ ਲੈ ਲਓ, ਆਪਾਂ ਕਾਮਨ ਜਿਹੀ ਨਾਮ ਹੈ ਇੱਕ ਰਾਮ, ਹੈ ਨਾ। ਹੁਣ ਇਹਨਾਂ ਦੇ ਵਿੱਚੋਂ ਆਪਾਂ ਦੇਖੋ ਬਿਗ ਸ਼ਬਦ ਹੈ, ਆਪਾਂ ਕਹਿ ਸਕਦੇ ਹਾਂ ਕਿ ਰਾਮ, ਜਿਹੜਾ ਰਾਮ ਹੈ ਉਹ ਬਿਗ ਹੈ, ਬਿਲਕੁਲ ਕਹਿ ਸਕਦੇ ਹਾਂ। ਜੁੜਦੇ ਢੁਕਵਾਂ ਸ਼ਬਦ ਹੈ ਨਾ, ਆਪਾਂ ਕਹਿ ਸਕਦੇ ਹਾਂ ਜਾਂ ਯੂ ਆਰ ਬਿਗ, ਕਿ ਤੁਸੀਂ ਵੱਡੇ ਹੋ, ਜਾਂ ਕਹਿੰਦੇ ਰਾਮ ਬਿਗ, ਰਾਮ ਦਾ ਸਾਈਜ਼ ਹੈ ਬਹੁਤ ਵੱਡਾ ਹੈ, ਤਾਂ ਇਹ ਐਡਜੈਕਟਿਵ ਹੈ। ਹੁਣ ਆ ਗਿਆ ਚੇਅਰਸ, ਕੁਰਸੀਆਂ, ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਰਾਮ ਹੈ ਉਹ ਚੇਅਰ ਹੈ, ਰਾਮ ਕੁਰਸੀ ਹੈ, ਇਹ ਤਾਂ ਗੱਲ ਨਹੀਂ ਬਣੀ, ਤਾਂ ਇਹਦਾ ਮਤਲਬ ਇਹ ਨਾਉਨ ਹੈ। ਅਗਲਾ ਦੇਖੋ ਕੱਪ, ਆਪਾਂ ਕੱਪ ਕਹਿ ਸਕਦੇ ਹਾਂ ਵੀ ਰਾਮ ਤਾਂ ਕੱਪ ਹੈ, ਨਹੀਂ, ਤਾਂ ਇਹ ਵੀ ਨਾਉਨ ਹੈ। ਫਿੱਟ, ਦੇਖੋ ਫਿੱਟ ਕਹਿ ਸਕਦੇ ਹਾਂ, ਰਾਮ ਫਿੱਟ ਹੈ, ਤਾਂ ਇਹਦਾ ਮਤਲਬ ਰਾਮ ਦੀ ਵਿਸ਼ੇਸ਼ਤਾ ਦੱਸ ਰਿਹਾ, ਇਹ ਐਡਜੈਕਟਿਵ ਹੈ। ਮਿਲਕ, ਰਾਮ ਦੁੱਧ ਹੈ, ਤਾਂ ਗੱਲ ਨਹੀਂ ਬਣੀ, ਹੈ ਨਾ। ਅਗਲਾ ਮਨੀ, ਰਾਮ ਮਣੀ ਹੈ, ਰਾਮ ਪੈਸਾ ਹੈ, ਤਾਂ ਇਹ ਵੀ ਨਾਉਨ ਹੈ। ਅਗਲਾ रूम, राम रूम है, ये भी कोई गल नहीं बनी। अगे टाइम, राम टाइम है, बिल्कुल नहीं, ये भी नाउन है। अगे वार्म, वार्म हुंदा है गर्म, राम वार्म, राम गर्म है, तो यह हो सकता है, मान लो किसी को बुखार है, टैंपरेचर हाई है, बॉडी गर्म हो सकती है। या फिर वैल, जिहड़ा राम है वह वैल है। या फिर यह एडवर्ब भी हो सकता है भी राम है जिहड़ा वो दौड़दा, राम रनस वैल, तो यदा मतलब यह एडजैक्टिव या फिर एडवर्ब है। आई होप कि तुहानू नाउन ते एडजैक्टिव दे विच फर्क किस तरह अपने पता करना पता चल गया होगा। हुण इत्थे अपने पहले दे विच कहना मैं बहुत ही दूरी तक नहीं दौड़ सकता क्योंकि मैं आई एम नॉट फिट, मैं फिट नहीं हैगा। हुण अपने यूज करना इनफ दा, देखो फिट की है, एडजैक्टिव है, तो एडजैक्टिव प्लस इनफ, तो आपां पहलां इत्थे फिट दा यूज करांगे, फिट तो बाद आपां इनफ। देखो एक तुहानू पता चल गया। आई होप कि इस तो बाद तुसीं सारे खुद बना सकते हो, वीडियो नू पॉज करके बनाउण दी कोशिश करो, उस तो बाद नाल नाल आपां बनाउणे आ। सेंटेंस पढ़ो, सेंस के मुताबिक उपरों शब्द है जिहड़ा वो लो। देखो अपना फिट हो गया। अगला देखो सम ऑफ अस, कहना साडे विचों कुछ, सम ऑफ अस साडे विचों कुछ हैड टू सिट ऑन द फ्लोर, फर्श के उपर बैठना पिया। कहना साडे विचों कुछ नूं फर्श के उपर, फ्लोर के उपर बैठना पिया। क्यों बैठना पिया? बिकॉज देयर वर नॉट, क्योंकि उत्थे नहीं सी। हुण देखो गल आ रही है बैठन दी, आपां इस तरह कहांगे कि साडे विचों कुछ नूं फर्श ते बैठना पिया क्योंकि उत्थे बिग नहीं सी, ये तो कोई गल नहीं बनी। या फिर आपां कहांगे क्योंकि उत्थे कप नहीं सी, कप दा बैठण नाल की संबंध है ना, क्योंकि उत्थे टाइम नहीं सी, मनी नहीं सी, कोई संबंध नहीं। चेयर्स दा हो सकता है, चेयर्स क्योंकि इतने कुर्सियां नहीं सी तां करके सानू फर्श ते नीचे बैठना पिया, तां करके हुण चेयर देखो, चेयर्स की है, चेयर नाउन है, नाम है, तो देखो नाउन, नाउन तो आप पहला इनफ का यूज करांगे, तो आप उरे कहांगे बिकॉज देयर वर नॉट इनफ चेयर्स, इनफ चेयर्स, ये कंप्लीट हो गया, चेयर्स आ गया। अगला देखो नेक्स्ट थर्ड, आई वुड लाइक टू बाय अ कार, कहना मैं कार है जी खरीदना चाहना, बट
आई डोंट हैव ਐਟ ਦਾ ਮੂਮੈਂਟ, ਪਰ ਕਹਿੰਦਾ ਮੇਰੇ ਕੋਲ ਇਸ ਵਕਤ ਨਹੀਂ ਹੈਗੀ। ਹੁਣ ਕਾਰ ਖਰੀਦਣ ਦੇ ਲਈ ਇਹਨਾਂ ਸਾਰਿਆਂ ਚੋਂ ਕਿਸ ਦਾ ਜ਼ਰੂਰਤ ਹੋਊਗਾ? ਕੱਪ ਦੀ ਜ਼ਰੂਰਤ ਹੋਊ, ਮਿਲਕ ਦੀ ਜ਼ਰੂਰਤ ਹੋਊ, ਜਾਂ ਫਿਰ ਪੈਸਾ ਮਨੀ। ਦੇਖੋ ਮਨੀ ਦੀ ਜ਼ਰੂਰਤ ਹੋਊ, ਬਟ ਮਨੀ ਕੀ ਹੈ? ਨਾਉਨ ਹੈ। ਮੈਂ ਪਹਿਲਾਂ ਹੀ ਤੁਹਾਨੂੰ ਦੱਸ ਕੇ ਹਟਿਆ ਕਿਸ ਤਰ੍ਹਾਂ, ਹੈ ਨਾ। ਤਾਂ ਮਨੀ ਹੈ, ਇੱਥੇ ਮਨੀ ਦਾ ਯੂਜ਼ ਕਰਾਂਗੇ। ਮਨੀ ਇੱਕ ਨਾਮ ਹੈ, ਤਾਂ ਨਾਉਨ ਤੋਂ ਪਹਿਲਾਂ ਇਨਫ ਦਾ ਯੂਜ਼ ਕਰਾਂਗੇ। ਤਾਂ ਆਪਾਂ ਇੱਥੇ ਕਹਾਂਗੇ ਆਈ ਡੋਂਟ ਹੈਵ ਇਨਫ ਮਨੀ। ਇਸ ਦਾ ਆਂਸਰ ਆ ਗਿਆ। ਅਗਲਾ ਦੇਖੋ ਨੈਕਸਟ, ਡੂ ਯੂ ਹੈਵ ਡੈਸ਼ ਇਨ ਯੋਰ ਕੌਫੀ? ਕੀ ਤੁਹਾਡੀ ਕੌਫੀ ਦੇ ਵਿੱਚ ਹੈ ਨਾ ਅੱਗੇ। ਔਰ ਜਾਂ ਫਿਰ ਵੁੱਡ ਯੂ ਲਾਈਕ ਸਮ ਮੋਰ, ਜਾਂ ਫਿਰ ਤੁਹਾਨੂੰ ਹੋਰ ਚਾਹੀਦਾ। ਇਹਨਾਂ ਸਾਰਿਆਂ ਦੇ ਵਿੱਚੋਂ ਕੌਫੀ ਦੇ ਵਿੱਚ ਕਿਹੜੀ ਚੀਜ਼ ਹੈ ਜਿਹੜੀ ਕੌਫੀ ਦੇ ਵਿੱਚ ਹੋ ਸਕਦੀ ਹੈ? ਬਿਗ ਹੋ ਸਕਦੀ ਹੈ, ਕੱਪ ਹੋ ਸਕਦਾ ਕੌਫੀ 'ਚ, ਰੂਮ, ਟਾਈਮ, ਵਾਰਮ, ਵੈਲ, ਜਾਂ ਫਿਰ ਮਿਲਕ। ਮਿਲਕ ਹੋ ਸਕਦਾ ਹੈ, ਮਿਲਕ ਦਾ ਸੰਬੰਧ ਕੌਫੀ ਨਾਲ ਹੈ, ਤਾਂ ਇੱਥੇ ਮਿਲਕ ਦੀ ਗੱਲ ਆ ਰਹੀ ਹੈ। ਹੁਣ ਮਿਲਕ ਕੀ ਹੈ? ਮਿਲਕ ਵੀ ਇੱਕ ਨਾਮ ਹੈ, ਤਾਂ ਇਸ ਤੋਂ ਵੀ ਇਨਫ ਦਾ ਆਪਾਂ ਜਿਹੜਾ ਯੂਜ਼ ਹੈ ਇਸ ਤੋਂ ਪਹਿਲਾਂ ਕਰਾਂਗੇ। ਤਾਂ ਡੂ ਯੂ ਹੈਵ ਇਨਫ ਮਿਲਕ ਇਨ ਯੋਰ ਕੌਫੀ, ਕਹਿੰਦਾ ਜਾਂ ਫਿਰ ਤੁਹਾਨੂੰ ਹੋਰ ਚਾਹੀਦਾ। ਅਗਲਾ ਪੰਜਵਾਂ, ਮਿਲਕ ਹੋ ਗਿਆ। ਪੰਜਵਾਂ, ਆਰ ਯੂ ਡੈਸ਼ ਕੁਐਸਚਨ ਮਾਰਕ। ਹਜੇ ਆਪਾਂ ਨੂੰ ਕੁਝ ਨਹੀਂ ਪਤਾ ਚੱਲਿਆ, ਬਟ ਅੱਗੇ ਦੇਖੋ ਔਰ ਕਹਿੰਦਾ ਜਾਂ ਫਿਰ ਸ਼ੈਲ ਆਈ ਸਵਿਚ ਔਨ ਦ ਹੀਟਿੰਗ। ਕਹਿੰਦਾ ਕੀ ਤੁਸੀਂ ਹੋ ਜਾਂ ਫਿਰ ਮੈਂ ਹੀਟਿੰਗ ਚਾਲੂ ਕਰਾਂ। ਕਹਿਣ ਦਾ ਮਤਲਬ ਕਿ ਉਸ ਨੂੰ ਇਹ ਹੀਟ ਦੇਣਾ ਚਾਹ ਰਿਹਾ ਹੈ। ਹੀਟ ਮਤਲਬ ਕਿ ਗਰਮੀ। ਤਾਂ ਹੁਣ ਇਹ ਗੱਲ ਕਹਿ ਰਿਹਾ ਹੈ ਆਰ ਯੂ। ਹੁਣ ਇਹ ਤਾਂ ਨਹੀਂ ਕਹੂਗਾ ਕੀ ਤੁਸੀਂ ਵੱਡੇ ਹੋ, ਕੀ ਤੁਸੀਂ ਬਿਗ ਹੋ, ਜਾਂ ਫਿਰ ਮੈਂ ਹੀਟਿੰਗ ਚਾਲੂ ਕਰਾਂ। ਇਹ ਤਾਂ ਗੱਲ ਨਹੀਂ ਬਣੀ। ਕੀ ਤੁਸੀਂ ਕੱਪ ਹੋ, ਜਾਂ ਫਿਰ ਮੈਂ ਹੀਟਿੰਗ ਚਾਲੂ ਕਰਾਂ। ਨਹੀਂ, ਕੀ ਤੁਸੀਂ ਵਾਰਮ ਗਰਮ, ਵੀ ਕੀ ਤੁਸੀਂ ਟੈਂਪਰੇਚਰ ਤੁਹਾਡਾ ਹੈਗਾ ਗਰਮ ਹੋ, ਜਾਂ ਫਿਰ ਮੈਂ ਹੀਟਿੰਗ ਕਰਾਂ ਚਾਲੂ। ਤਾਂ ਵਾਰਮ ਕੀ ਹੈ? ਵਾਰਮ ਇੱਕ ਐਡਜੈਕਟਿਵ ਹੈ, ਤਾਂ ਕਰਕੇ ਆਪਾਂ ਇਸ ਤੋਂ ਐਡਜੈਕਟਿਵ ਤੋਂ ਬਾਅਦ ਯੂਜ਼ ਕਰਾਂਗੇ। ਤਾਂ ਆਰ ਯੂ ਵਾਰਮ ਇਨਫ, ਆਰ ਯੂ ਵਾਰਮ ਇਨਫ, ਔਰ ਸ਼ੈਲ ਆਈ ਸਵਿਚ ਔਨ ਦ ਹੀਟਿੰਗ। ਆਈ ਹੋਪ ਕਿ ਤੁਹਾਨੂੰ ਸਮਝ ਆ ਰਹੇ ਨੇ, ਬਿਲਕੁਲ ਈਜ਼ੀ ਹੈ। ਛੇਵਾਂ, ਇਟਸ ਓਨਲੀ ਅ ਸਮॉल ਕਾਰ। ਛੋਟੀ ਜਿਹੀ ਕਾਰ ਹੈ, ਕਹਿੰਦਾ ਇਹ देयर इज नॉट डैश फॉर ऑल ऑफ अस। ਹੁਣ ਕਾਰ ਦੇ ਵਿੱਚ ਕਹਿੰਦੇ ਛੋਟੀ ਕਾਰ ਹੈ, ਇਸ ਦੇ ਵਿੱਚ ਸਾਡੇ ਸਾਰਿਆਂ ਦੇ ਲਈ ਨਹੀਂ ਹੈਗੀ। ਹੁਣ ਕਾਰ ਦੇ ਵਿੱਚ ਸਾਰਿਆਂ ਲਈ ਕੀ ਨਹੀਂ ਹੋ ਸਕਦਾ? ਕੱਪ ਤਾਂ ਨਹੀਂ ਹੋ ਸਕਦਾ, ਬਿਗ ਨਹੀਂ ਹੋ ਸਕਦਾ, ਟਾਈਮ ਨਹੀਂ ਹੋ ਸਕਦਾ, ਵੈਲ ਨਹੀਂ ਹੋ ਸਕਦਾ, ਰੂਮ। ਰੂਮ ਦਾ ਮਤਲਬ ਜ਼ਰੂਰੀ ਨਹੀਂ ਕਿ ਕਮਰਾ ਹੀ ਹੁੰਦਾ, ਰੂਮ ਦਾ ਮਤਲਬ ਸਪੇਸ ਵੀ ਹੁੰਦਾ। ਮਤਲਬ ਕਿ ਕਾਰ ਦੇ ਵਿੱਚ ਸਪੇਸ ਦੀ ਇੱਥੇ ਗੱਲ ਹੈ ਜਿਹੜੀ ਕੀਤੀ ਜਾ ਰਹੀ ਹੈ ਕਿ ਸਾਡੇ ਸਾਰਿਆਂ ਲਈ ਕਾਰ ਦੇ ਵਿੱਚ ਸਪੇਸ ਨਹੀਂ ਹੈਗੀ। ਤਾਂ ਰੂਮ ਕੀ ਹੈ? ਨਾउन। ਤਾਂ ਨਾउन ਤੋਂ ਪਹਿਲਾਂ ਇਨਫ ਦਾ ਯੂਜ਼ ਕਰਾਂਗੇ। ਤਾਂ ਆਪਾਂ ਕਹਾਂਗੇ ਇਟਸ ਓਨਲੀ ਅ ਸਮਾਲ ਕਾਰ, देयर इज नॉट इनफ रूम, इनफ रूम फॉर ऑल ऑफ अस। सतवां, स्टीव डिड नॉट फील, स्टीव डिड नॉट फील डैश टू गो वर्क दिस मॉर्निंग। कहना इस मॉर्निंग स्टीव ਕੰਮ ਤੇ ਜਾਣ ਦੇ ਲਈ नहीं हैगा। की नहीं हैगा? इन्हां सारे चों की हो सकता? बिग नहीं हैगा, है ना। ये स्टीव बड़ा नहीं हैगा भी काम ते नहीं, या फिर स्टीव कप नहीं हैगा, या फिर स्टीव टाइम नहीं हैगा, या फिर स्टीव वैल। वैल देखो भी स्टीव वैल, स्टीव ठीक नहीं हैगा। स्टीव फील वैल मतलब कि एडवर्ब हो गया, एडजेक्टिव या एडवर्ब तो आप बाद यूज कर दिया इनफ का, तो बाद च इनफ पहला वैल, फील वैल इनफ। तो आ जाएगा स्टीव डिडंट फील वैल इनफ। ਜਿਹੜਾ ਸਟੀਵ ਹੈ ਉਹ ਵਧੀਆ ਫੀਲ ਨਹੀਂ ਕਰ ਰਿਹਾ ਸੀ ਟੂ ਗੋ ਟੂ ਵਰਕ ਦਿਸ ਮਾਰਨਿੰਗ। ਇਸ ਮਾਰਨਿੰਗ ਕੰਮ ਤੇ ਜਾਣ ਦੇ ਲਈ ਉਹ ਫੀਲ ਹੈ ਜਿਹੜਾ ਉਹ ਵਧੀਆ ਨਹੀਂ ਕਰ ਰਿਹਾ ਸੀ। ਨੈਕਸਟ ਐਗਜ਼ਾਮਪਲ ਦੇਖੋ 8th। ਇਸ ਦੇ ਵਿੱਚ ਕੀ ਕਹਿ ਰਿਹਾ ਹੈ? I enjoyed my trip। ਕਹਿੰਦਾ ਮੈਂ ਮੇਰਾ ਟ੍ਰਿਪ ਹੈ ਜਿਹੜਾ ਉਹ ਇੰਜੋਏ ਕੀਤਾ ਟੂ ਪੈਰਿਸ। ਪੈਰਿਸ ਗਿਆ ਸੀ but there was not space to do everything I wanted। ਪਰ ਜੋ ਕੁਝ ਮੈਂ ਚਾਹੁੰਦਾ ਸੀ ਉਹ ਕੁਝ ਕਰਨ ਦਾ ਮੇਰੇ ਕੋਲ, ਦੇਖੋ ਹੁਣ ਇੱਥੇ ਕੀ ਗੱਲ ਹੈ, ਮਤਲਬ ਕਿ ਪੈਰਿਸ ਦੇ ਵਿੱਚ ਟ੍ਰਿਪ ਗਿਆ ਸੀ, ਕਹਿੰਦਾ ਜੋ ਕੁਝ ਮੈਂ ਚਾਹੁੰਦਾ ਸੀ ਕਰਨਾ, ਇੰਜੋਏ ਕਰਨਾ ਚਾਹੁੰਦਾ ਸੀ, ਉਸ ਦੇ ਲਈ ਮੇਰੇ ਕੋਲ ਨਹੀਂ ਸੀ। ਹੁਣ ਇੰਜੋਏ ਕਰਨ ਦੇ ਲਈ ਕੀ ਹੋਣਾ ਚਾਹੀਦਾ? ਇਹਨਾਂ ਦੇ ਵਿੱਚੋਂ ਕੱਪ ਹੋਣਾ ਚਾਹੀਦਾ, ਜਾਂ ਫਿਰ ਵਿਗ, ਜਾਂ ਫਿਰ ਟਾਈਮ। ਮੇਰੇ ਕੋਲ ਟਾਈਮ ਨਹੀਂ ਸੀ, ਜੋ ਕੁਝ ਮੈਂ ਕਰਨਾ ਚਾਹੁੰਦਾ ਸੀ ਮੇਰੇ ਕੋਲ ਟਾਈਮ ਨਹੀਂ ਸੀ, ਤਾਂ ਕਰਕੇ ਟਾਈਮ ਕੀ ਹੈ ਹੁਣ ਇੱਥੇ? ਨਾउन। ਤਾਂ ਨਾउन ਤੋਂ ਪਹਿਲਾਂ ਆਪਾਂ ਇਨਫ ਦਾ ਯੂਜ਼ ਕਰਦੇ ਹਾਂ, ਤਾਂ ਕਰਕੇ ਇਨਫ ਟਾਈਮ। ਮੇਰੇ ਕੋਲ ਜ਼ਿਆਦਾ ਟਾਈਮ ਨਹੀਂ ਸੀ, ਟੁਕਮਾ ਵੀ ਜਿੰਨਾ ਚਾਹੀਦਾ ਸੀ ਉਨਾ ਟਾਈਮ ਨਹੀਂ ਸੀ। 9th, ਟਰਾਈ ਦਿਸ ਜੈਕਟ। ਇਸ ਜੈਕਟ ਨੂੰ ਟਰਾਈ ਕਰੋ। ਟਰਾਈ ਔਨ, ਜੈਕਟ ਔਨ मतलब कि पा के देखो। दोबारा पढ़ते हैं।
ਟਰਾਈ ਦਿਸ ਜੈਕਟ ਔਨ, ਇਸ ਜੈਕਟ ਨੂੰ ਪਾ ਕੇ ਦੇਖੋ, ਟਰਾਈ ਕਰੋ, ਐਂਡ ਸੀ, ਅਤੇ ਦੇਖੋ ਇਫ ਇਟ ਇਜ਼ ਫॉर ਯੂ, ਕੀ ਇਹ ਤੁਹਾਡੇ ਲਈ ਹੈਗੀ ਹੈ। ਹੁਣ ਦੇਖੋ ਜਦੋਂ ਆਪਾਂ ਜੈਕਟ ਪਾ ਕੇ ਦੇਖਦੇ ਆ ਤਾਂ ਆਪਾਂ ਉਸ ਦੀ ਲੈਂਥ ਜਾਂ ਫਿਰ ਉਸ ਦਾ ਸਾਈਜ਼ ਦੇਖਦੇ ਆਪਾਂ। ਹੁਣ ਇੱਥੇ ਸਾਈਜ਼ ਨਾਲ ਸੰਬੰਧਿਤ ਕੀ ਹੈ, ਹੁਣ ਇਹ ਤਾਂ ਹੈ ਨਹੀਂ ਇਫ ਇਟਸ ਕੱਪ, ਕੀ ਪਾ ਕੇ ਦੇਖੋ ਜੈਕਟ ਨੂੰ ਕਿ ਇਹ ਜੈਕਟ ਕੱਪ ਹੈਗੀ ਹੈ ਜਾਂ ਨਹੀਂ, ਕੱਪ ਨਹੀਂ, ਬਿਗ, ਕਿ ਇਹ ਜੈਕਟ ਉਨੀ ਬਿਗ ਹੈਗੀ ਹੈ, ਇਨਫ ਉਨੀ ਬਿਗ ਹੈਗੀ ਹੈ ਕਿ ਜਿੰਨੀ ਚਾਹੀਦੀ ਹੈ ਤੇਰੇ ਲਈ, ਤਾਂ ਕਰਕੇ ਬਿਗ ਕੀ ਹੈ, ਬਿਗ ਐਡਜੈਕਟਿਵ ਹੈ, ਤਾਂ ਐਡਜੈਕਟਿਵ ਤੋਂ ਬਾਅਦ ਇਨਫ ਯੂਜ਼ ਕਰਾਂਗੇ, ਤਾਂ ਇੱਥੇ ਹੈਗਾ ਬਿਗ ਇਨਫ। ਤਾਂ ਇਸ ਦਾ ਮਤਲਬ ਕੀ ਬਣ ਗਿਆ, ਟਰਾਈ ਦਿਸ ਜੈਕਟ ਔਨ ਐਂਡ ਸੀ, ਅਤੇ ਦੇਖੋ ਇਫ ਇਟਸ ਬਿਗ ਇਨਫ ਫॉर ਯੂ, ਕਿ ਤੁਹਾਡੇ ਲਈ ਇਹ ਇਨਫ ਹੈ, ਵੀ ਮਤਲਬ ਜਿੰਨੀ ਚਾਹੀਦੀ ਹੈ ਵੱਡੀ ਤੁਹਾਨੂੰ ਜੈਕਟ ਉਨੀ ਤੁਹਾਡੇ ਲਈ ਹੈਗੀ ਹੈ, ਤਾਂ ਬਿਗ ਹੈ ਜਿਹੜਾ ਇਹ ਹੋ ਗਿਆ। ਲਾਸਟ ਸਿਰਫ ਕੱਪ ਬਚ ਗਿਆ, ਬਟ ਆਪਾਂ ਨੂੰ ਸੈਂਟੈਂਸ ਤੋਂ ਹੀ ਪਤਾ ਚੱਲੇਗਾ ਕਿ ਕੱਪ ਦੀ ਹੀ ਗੱਲ ਹੋ ਰਹੀ ਹੈ। ਦੇਖੋ देयर वर नॉट फॉर एवरीबडी, मतलब कि सारिਆਂ ਲਈ नहीं हैगा सी, की नहीं हैगा सी, टू हैव कॉफी एट द सेम टाइम, भी इक्को ही टाइम ते सारिਆਂ ਨੂੰ कॉफी देण दे ਲਈ नहीं हैगे। हुण कॉफी देखो ऑब्वियस है, कप दे विच ही आपां कॉफी पा के दिंदे आ, तां करके कप्स की गल हो रही है। कप्स नाउन है, तां करके नाउन तो पहला इनफ, तो इत्थे आएगा इनफ, भी जिन्ने चाहिए सी उन्ने कप नहीं सी, इनफ कप्स। सो इस तरह आप इनफ का यूज करांगे। बस तुसी याद रखना है इनफ ते टू दे विच फर्क है, ये पहला समझा चुके हैं। इनफ का यूज एडजेक्टिव तो बाद, वर्ब तो भी बाद, बट नाउन तो पहला। सो आई होप कि ये जी अपनी फस्ट एक्सरसाइज है इस यूनिट की, ये तुहानूं चंगी तरह समझ आई होगी। एंड अगे नैक्सट देखो अपनी इस यूनिट का थर्ड पार्ट है जिहड़ा वो आपां करांगे। सैकेंड नहीं करना, सिर्फ आपां ने एग्जाम्स की तैयारी के लिए करना है। फस्ट एंड थर्ड पार्ट ही आपां इसदा करांगे, बिल्कुल आसान ने। देखो थर्ड पार्ट दे विच आपां ने की करना है, मेक वन सेंटेंस, आपां ने एक सेंटेंस बनाउणा है फ्रॉम टू। आपां नूं दो दो सेंटेंस दिते गए ने, इन्हां दो सेंटेंस नूं पढ़ के आपां ने सिर्फ एक सेंटेंस बनाउणा है। कंप्लीट द न्यू सेंटेंस, जिहड़ा नवां सेंटेंस आपां बनावांगे उस नूं आपां ने कंप्लीट करना है यूजिंग टू और इनफ। आपां ने जो कंप्लीट करना है दूसरा सेंटेंस, एक सेंटेंस बनाना है, आपां ने उस दे विच या तो TOO का यूज करना है या फिर इनफ का यूज करना है। हुण आपां ने किस तरह यूज करना है, पहली गल सेंटेंस जो आपां बनावांगे उस दे विच आपां नूं सेंस है जिहड़ी पता चलेगी कि जेकर किसी चीज़ की जरूरत तो ज़्यादा गल हो रही है फिर तो आपां TOO का यूज करांगे। जेकर टुकमा जिन्नी चीज़ की जरूरत है उन्नी कही गल हो रही है फिर आपां इनफ का यूज करांगे। बट फॉर काइंड योर इन्फॉर्मेशन, आपां नूं जिहड़े सेंटेंस इन्हां ने दो दो मतलब पहला तो दिते ने, आपां ने मतलब इन्हां ने आपां नूं पहला तो ही इनफ या फिर टू का यूज किया होया है। जिहड़ा यूज इन्हां ने कीता है, जेकर टू का यूज किया है फिर आपां भी टू का ही यूज करांगे। जेकर इन्हां ने इनफ का यूज किया है फिर आपां भी इनफ का ही यूज करांगे। बट जदों आपां सैकेंड सेंटेंस बनावांगे आपां ने दो गल्लां दा ध्यान रखना है, एक तो आपां ने स्ट्रक्चर की बनाउणा सेंटेंस का, और दूसरा आपां ने इनफ या फिर टू का यूज करना कित्थे है, वो तुसीं ये चीज़ां दा ख्याल रखना है। जेकर एडजेक्टिव है, एडजेक्टिव तो बाद इनफ है ना, वर्ब तो बाद इनफ, और इनफ प्लस नाउन, नाउन तो पहला इनफ का यूज करांगे जेकर इनफ का यूज करना है। जेकर टू का तो एडजेक्टिव तो पहला टू आएगा, एडवर्ब तो पहला टू आएगा, टू मच तो बाद अनकाउंटेबल नाउन, और टू मैनी तो बाद काउंटेबल नाउन। हुण सब तो पहला जो आप दो सेंटेंसां तो एक सेंटेंस बनावांगे आपां आह वाला स्ट्रक्चर है तुसीं फॉलो करना है। सेंटेंस दे विच जो मेन सबजैक्ट जिस चीज़ की गल हो रही है सब तो पहला आपां सबजैक्ट उसका यूज करांगे। वैसे इन्हां ने आपां नूं सबजैक्ट दे भी रखे ने, बट फिर भी तुसीं अपने वल्लों जे ना भी दिता होवे तुसीं ने इस मुताबिक बनाउणा है। सब तो पहला असीं सबजैक्ट का यूज करांगे जिस चीज़ की गल हो रही है, प्लस उस तो बाद हैल्पिंग वर्ब। जेकर पास्ट दे विच है, इन्हां ने पास्ट दे विच दिता है तो उही हैल्पिंग वर्ब सेम आपां यूज करांगे। जेकर प्रेजेंट दी एग्जाम मारदी तो प्रेजेंट यूज करांगे। उस तो बाद प्लस तीन चीज़ां हो सकदियां ने, या तो एडजेक्टिव या नाउन या फिर वर्ब। वो आपां नूं इन्हां ने पहला तो ही दिता होवेगा, मतलब कि इन्हां ने टू या फिर इनफ का यूज किया होएगा। इन्हां ने पहला तो ही या तो एडजेक्टिव दे नाल इनफ का यूज किया होवेगा या फिर नाउन दे नाल टू का यूज किया होवे कुछ भी, या फिर किसी वर्ब दे नाल। आपां ने सेम उस तरह फॉलो करना है। उस तो बाद एडजेक्टिव नाउन ते वर्ब दे नाल आपां ने टू या इनफ चो यूज करना है, और आपां ने प्लेस कित्थे यूज करना है वो आपां नूं ये पता है। उस तो बाद प्लस टू प्लस वर्ब की फस्ट फॉर्म, जेकर इन्हां ने
ਵਰਬ ਯੂਜ਼ ਕਰੀਏ ਉਸ ਤੋਂ ਬਾਅਦ ਪਹਿਲੇ ਸੈਂਟੈਂਸ ਦੇ ਵਿੱਚ ਤਾਂ ਆਪਾਂ ਟੂ ਪਲੱਸ ਵਰਬ ਦੀ ਫਸਟ ਫਾਰਮ, ਜੇਕਰ ਉਸ ਤੋਂ ਬਾਅਦ ਅੱਗੇ ਕੋਈ ਹੋਰ ਵਰਬ ਨਹੀਂ ਹੋਵੇਗੀ ਤਾਂ ਆਪਾਂ ਫॉर ਪਲੱਸ ਨਾउन ਦਾ ਯੂਜ਼ ਕਰਾਂਗੇ। ਇਸ ਬਾਰੇ ਜ਼ਿਆਦਾ ਕਨਫਿਊਜ਼ ਨਹੀਂ ਹੋਣਾ, ਇਹ ਆਪਾਂ ਜਦੋਂ ਕਰਾਂਗੇ ਤੁਹਾਨੂੰ ਸਮਝ ਆ ਜਾਏਗਾ। ਦੇਖੋ ਆਪਾਂ ਪਹਿਲਾਂ ਬਣਾਉਣੇ ਆ, ਬਿਲਕੁਲ ਆਸਾਨ ਹੈ। ਦੇਖੋ ਸਭ ਤੋਂ ਪਹਿਲਾਂ ਪੜੋ ਪਹਿਲੇ ਨੂੰ, ਕੀ ਕਹਿ ਰਿਹਾ, ਕਹਿੰਦਾ ਵੀ ਕੁਡਨਟ ਕੈਰੀ ਦ ਬਾਕਸਸ। ਅਸੀਂ ਜਿਹੜੇ ਬਾਕਸਸ ਨੇ ਕਹਿੰਦੇ ਉਹਨਾਂ ਨੂੰ ਅਸੀਂ ਕੈਰੀ ਨਹੀਂ ਕਰ ਸਕੇ, ਅਸੀਂ ਚੱਕ ਨਹੀਂ ਸਕੇ। ਕਿਉਂ ਨਹੀਂ ਚੱਕ ਸਕੇ? ਦੇ ਵਰ ਟੂ ਹੈਵੀ, ਕਿਉਂਕਿ ਇਹ ਬਹੁਤ ਜ਼ਿਆਦਾ ਭਾਰੀ ਸੀਗੇ। ਹੁਣ ਦੇਖੋ ਓਬਵੀਅਸ ਹੈ, ਜਦੋਂ ਆਪਾਂ ਕੋਈ ਚੀਜ਼ ਨਹੀਂ ਚੱਕ ਸਕੇ ਇਹਦਾ ਮਤਲਬ ਉਹ ਹੈਵੀ ਤਾਂ ਸੀਗੇ, ਮਤਲਬ ਆਪਾਂ ਤਾਂ ਨਹੀਂ ਚੱਕ ਸਕੇ ਕਿਉਂਕਿ ਉਹ ਜਿਹੜੇ ਹੈਵੀ ਸੀ ਹੱਦ ਤੋਂ ਜ਼ਿਆਦਾ ਸੀਗੇ, ਤਾਂ ਕਰਕੇ TOO ਦਾ ਯੂਜ਼ ਕੀਤਾ। ਮਤਲਬ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਯੂਜ਼ ਹੋਇਆ ਹੈਵੀ ਦਾ ਐਡਜੈਕਟਿਵ, ਇਹ ਤੁਸੀਂ ਨੇ ਖਿਆਲ ਰੱਖਣਾ। ਹੁਣ ਆਪਾਂ ਨੇ ਨੀਚੇ ਇਹਨਾਂ ਨੂੰ ਇੱਕ ਸੈਂਟੈਂਸ ਬਣਾ ਕੇ ਲਿਖਣਾ। ਸਭ ਤੋਂ ਪਹਿਲਾਂ ਆਪਾਂ ਸਬਜੈਕਟ, ਸਭ ਤੋਂ ਪਹਿਲਾਂ ਦੇਖੋ ਗੱਲ ਕਿਸ ਦੀ ਹੋ ਰਹੀ ਹੈ, ਕਿਹੜੀ ਚੀਜ਼ ਨਹੀਂ ਚੱਕੀ ਗਈ। ਮੇਨ ਵਰਬ ਦੀ ਫਾਰਮ ਕੀ ਹੈ? ਕੈਰੀ। ਮੇਨ ਵਰਬ ਦੀ ਫਾਰਮ ਹੈ ਕੈਰੀ, ਇਹ ਵਾਲੀ ਜਿਹੜੀ ਤੁਹਾਨੂੰ ਇਹ ਕਿਹਾ ਸੀਗਾ। ਦੇਖੋ ਕੈਰੀ ਚੱਕਣਾ, ਕੀ ਨਹੀਂ ਚੱਕੇ ਗਏ? ਬਾਕਸ ਨਹੀਂ ਚੱਕੇ ਗਏ, ਤਾਂ ਕਰਕੇ ਸਬਜੈਕਟ ਆ ਗਿਆ ਦ ਬਾਕਸਸ। ਹੁਣ ਆਪਾਂ ਨੇ ਹੈਲਪਿੰਗ ਵਰਬ ਲਾਉਣਾ ਹੈ। ਹੁਣ ਦੇਖੋ ਪਾਸਟ 'ਚ ਹੈ ਜਾਂ ਫਿਰ ਪ੍ਰੈਜ਼ੈਂਟ 'ਚ ਹੈ। ਦੇਖੋ ਦੇ ਵਰ ਪਾਸਟ 'ਚ ਹੈ ਤਾਂ ਫਿਰ ਬਾਕਸਸ ਵਰ ਆਏਗਾ ਇੱਥੇ ਵੀ, ਦ ਬਾਕਸਸ ਵਰ। ਇਹ ਹੋ ਗਿਆ, ਇਹ ਹੋ ਗਿਆ। ਹੁਣ ਆਪਾਂ ਨੇ ਐਡਜੈਕਟਿਵ, ਨਾउन ਜਾਂ ਫਿਰ ਵਰਬ ਦਾ ਯੂਜ਼ ਕਰਨਾ ਹੈ। ਹੁਣ ਇਹਨਾਂ ਨੇ ਆਪਾਂ ਨੂੰ ਕੀ ਦਿੱਤਾ? ਹੈਵੀ। ਦ ਬਾਕਸਸ ਵਰ, ਜਿਹੜੇ ਬਾਕਸ ਸੀਗੇ ਉਹ ਕੀ ਸੀਗੇ? ਹੈਵੀ ਸੀਗੇ। ਹੁਣ ਆਪਾਂ ਇੱਥੇ ਹੈਵੀ ਦਾ ਹੀ ਯੂਜ਼ ਕਰਨਾ ਹੈ, ਔਰ ਹੈਵੀ ਦੇ ਨਾਲ ਆਪਾਂ TOO ਦਾ ਯੂਜ਼ ਕਰਨਾ ਹੈ। ਹੁਣ ਹੈਵੀ ਕੀ ਹੈ? ਹੈਵੀ ਐਡਜੈਕਟਿਵ ਹੈ। ਦੇਖੋ ਐਡਜੈਕਟਿਵ ਤੋਂ ਪਹਿਲਾਂ ਟੂ ਦਾ ਯੂਜ਼ ਕਰਾਂਗੇ, ਉਸੇ ਤਰ੍ਹਾਂ ਤਾਂ ਆ ਜਾਏਗਾ ਦ ਬਾਕਸਸ ਵਰ ਟੂ हैवी, द बॉक्सेस वर टू हैवी। ये भी हो गया। प्लस रह गया टू प्लस वर्ब की फर्स्ट फॉर्म या फिर फॉर लगा के नाउन। हुण अगे देखो नाउन तो कोई है नहीं। देखो वी कुडंट कैरी द बॉक्सेस, द बॉक्सेस तो आप पहले तो लगा चुके, ये हेल्पिंग वर्ब आ गई। ये वी, ये भी मतलब अपनी गल हो रही है ना, तो इसका आपां नूं दोबारा यूज करने की जरूरत नहीं। आपां की कहांगे द बॉक्सेस वर टू हैवी, उस तो बाद टू प्लस वर्ब की फर्स्ट फॉर्म ला दो। मेन वर्ब की है? कैरी। द बॉक्सेस वर टू हैवी टू कैरी। सिर्फ आपां ने इन्ना करना है। दोबारा ये सब्जैक्ट जिहड़े इन्हां ने अगे दिते ने वो सब्जैक्ट की आपां नूं जरूरत नहीं हैगी दोबारा यूज करने की। आपां ने जिस दी गल हो रही है उस नूं सब्जैक्ट बना के यूज करना आपां ने। तो देखो एक बन गया द बॉक्सेस वर टू हैवी टू कैरी। इसी तरह अगला देखो, आई कांट ड्रिंक दिस कॉफी। मैं ये कॉफी नहीं पी सकता। क्यों नहीं पी सकता? इट्स टू हॉट, क्योंकि यह बहुत ज्यादा गर्म है। सब तो पहला सब्जैक्ट किस दी गल हो रही है? इट्स टू हॉट। जेड़ा आपां नूं इन्हां ने एडजैक्टिव दिता है पिछले सेंटेंसां दे विच, बेशक एडजैक्टिव है, बेशक नाउन है, बेशक वर्ब है, उस नूं लैके आपां ने देखना भी हॉट दी गल हो रही है, किहड़ी चीज हॉट, तां वो अपना सब्जैक्ट रहूगा। हॉट की कॉफी दी गल हो रही है। देखो दिस कॉफी, हुण दिस कॉफी इत्थे प्रेजेंट है, इट्स मतलब इट इज, तो कॉफी दे नाल दिस कॉफी इज, दिस कॉफी इज। हुण ये कॉफी की है? गर्म है। टू हॉट, हॉट आएगा। हॉट तो पहला इन्होंने जिस तरह लगाया दिस कॉफी इज टू हॉट, उस तो बाद ये हॉट है। कादे लिए हॉट है? मतलब कि ड्रिंक करने के लिए, आप पी नहीं सकते। टू प्लस वर्ब दी फर्स्ट फॉर्म टू ड्रिंक। इस तो अगे दोबारा आपां नूं मतलब कि सब्जैक्ट लाउण दी जरूरत नहीं। आप इस तरह नहीं कहांगे दिस कॉफी इज टू हॉट टू ड्रिंक इट, टू ड्रिंक इट। दोबारा मतलब कॉफी के लिए इट आप यूज नहीं करांगे क्योंकि आप पहला तो कॉफी यूज कर चुके, बस इत्थे ही आप समाप्त कर देना। अगला देखो थर्ड, नोबडी कुड मूव द पियानो। कोई भी पियानो नूं नहीं खिसका सकिया, मूव नहीं कर सकिया। इट वॉज टू हैवी, क्योंकि यह बहुत ज्यादा हैवी सीगा। हैवी की सीगा? वो सब्जैक्ट हो गया द पियानो। हुण पियानो दे नाल हेल्पिंग वर्ब देखो पास्ट दे विच है वॉज, द पियानो दे नाल वॉज, द पियानो वॉज। उस तो बाद इत्थे एडजैक्टिव दिता इन्होंने हैवी, तो हैवी तो पहला टू, सेम यही चीज आ जाएगी टू हैवी। हुण जिहड़ा पियानो सीगा वो बहुत ज्यादा हैवी सी। कादे वास्ते हैवी सी? मूव करने वास्ते, मतलब कि इत्थे वर्ब है, मूव करने वास्ते हैवी सी। तो टू प्लस वर्ब दी फर्स्ट फॉर्म टू हैवी टू मूव। देखो इस तरह बन गए सारे। अगला फोर्थ, डोंट ईट दीज एप्पल्स। ये एप्पल्स ने जिहड़े कहंदे ना खाओ। दे आर नॉट राइप इनफ, क्योंकि ये ज्यादा पक्के हुए नहीं हैं। हुण इत्थे गल हो रही है पक्कन दी, मतलब कि इत्थे एडजैक्टिव नहीं हैगा, हुण इत्थे वर्ब है, वर्ब है।
और इत्थे इनफ है, और इनफ का यूज आप वर्ब तो बाद करते हैं, इन्होंने वर्ब तो बाद किया ही होया, तो वही चीज़ आप सेम यूज कर लेनी है। सब तो पहला सबजैक्ट गल की हुई है, पक्के हुए की नहीं है एप्पल्स, मतलब कि दीज एप्पल्स। उस तो बाद हेल्पिंग वर्ब अपने को आ गई, सॉरी अपना इज एम आर चो आर, तो एप्पल्स के नाल आएगा आर, बट उस तो अगे देखो नेगेटिव भी है, क्योंकि आप ये कहना है कि पक्के हुए नहीं है, तो आप कहांगे दीज एप्पल्स आर नॉट, दीज एप्पल्स आर नॉट, ये एप्पल नहीं है, की नहीं है, राइप नहीं है, पक्के हुए नहीं है, राइप। तो इनफ का यूज करना है, तो राइप वर्ब तो बाद, राइप इनफ। हुण ये एप्पल ने जेडे वो पक्के हुए नहीं है, कादे वास्ते पक्के नहीं हुए, खाण वास्ते, भी आप खा नहीं सकते। ईट देखो, ईट, टू ईट, देखो इस तरह सारे सेंटेंस अपने बनाने जाते हैं। एंड अगे नेक्स्ट एग्जाम्पल देखो, फिफ्थ, इस की कह रहा है, आई कांट एक्सप्लेन द सिचुएशन, कहना मैं सिचुएशन नू एक्सप्लेन नहीं कर सकता, इट इज टू कॉम्प्लीकेटेड, ये बहुत ज्यादा कॉम्प्लीकेटेड है सिचुएशन। सब तो पहला देखो इन्होंने टू कॉम्प्लीकेटेड लिख रखा है, अपने यही यूज करना है। सब तो पहला सब्जेक्ट कॉम्प्लीकेटेड की है, वो अपना सब्जेक्ट होगा। द सिचुएशन अपन पहले दिता है, द सिचुएशन, उस तो बाद हेल्पिंग वर्ब अपने यूज करना है। देखो इज एम आर की जगह पे, मतलब अपने इज एम आर है जिहड़ा वो यूज करना है, तो इत्थे द सिचुएशन दे नाल इज, द सिचुएशन इज, उस तो बाद एडजेक्टिव नाउन या फिर वर्ब दे विचों एडजेक्टिव आ गया कॉम्प्लीकेटेड, कॉम्प्लीकेटेड दे नाल टू अगे यूज होएगा, क्योंकि टू का यूज आप एडजेक्टिव तो पहला करते हैं। द सिचुएशन इज टू कॉम्प्लीकेटेड, हुण टू कॉम्प्लीकेटेड कादे वास्ते है, एक्सप्लेन करने वास्ते, तो वर्ब टू प्लस वर्ब की फर्स्ट फॉर्म, टू एक्सप्लेन, टू एक्सप्लेन, द सिचुएशन इज टू कॉम्प्लीकेटेड टू एक्सप्लेन। अगे छेवां, वी कुडंट क्लिम ओवर द वॉल, कहंदा असीं कंध दे उपर नहीं चढ़ सके, मतलब कि पास्ट की गल दस रहा है, कंध दे उपर नहीं चढ़ सके, क्यों, इट वॉज टू हाई, क्योंकि बहुत ज्यादा हाई सी। सब तो पहला सब्जेक्ट हाई, हाई की सी, द वॉल, उस तो बाद पास्ट है वॉज, द वॉल वॉज टू हाई, हुण हाई जिहड़ी कंध है उच्ची सी, कादे वास्ते उच्ची सी, चढ़न वास्ते। क्लिम वर्ब की फर्स्ट फॉर्म है अपनी इत्थे, तां टू प्लस वर्ब की फर्स्ट फॉर्म, द वॉल वॉज टू हाई टू क्लिम्ब, टू क्लिम्ब ते भी छड्ड सकते हो, बट टू क्लिम्ब ओवर लिखोगे तो ज्यादा बेटर है, क्योंकि टू क्लिम्ब ओवर का मतलब हुंदा उपर चढ़ना, तां करके द वॉल वॉज टू हाई टू क्लिम्ब ओवर। अगे सतवां, थ्री पीपल कांट सिट ऑन दिस सोफा, तीन लोग इस सोफे के उपर नहीं बैठ सकते। इट इज नॉट बिग इनफ, मतलब कि यह सोफा उन्ना जरूरत के मुताबिक उन्ना बड़ा नहीं है कि जिसते तीन लोग ने जिहड़े वो बैठ सकन। बिग इनफ इत्थे अपना ये आ गया एडजेक्टिव। हुण बिग इनफ मतलब कि बड़ा की नहीं है, वो अपना सब्जेक्ट होएगा दिस सोफा। उस तो बाद इज नॉट बिग, देखो नैगेटिव है कि बड़ा नहीं है उन्ना जिन्ना कि आपां नूं चाहीदा, तो इज एम आर दे विचों इत्थे लगा दिस सोफा इज, क्योंकि नैगेटिव है नॉट, दिस सोफा इज नॉट बिग इनफ, फिर आ जाएगा अपना बिग इनफ। हुण बड़ा नहीं हैगा, कास दे लई बड़ा नहीं हैगा, बैठन दे लई टू सिट, इत्थे तक भी आ सकता है, बट जेकर तुसीं चाहो इत्थे टू सिट की जगह ते जिवें मैं तुहानूं दस्सिया सी फॉर प्लस नाउन का यूज कर सकते हो, तुसीं भी ये भी कह सकते हो फॉर थ्री पीपल, मतलब कि यह भी आ सकता है दिस सोफा इज नॉट बिग इनफ फॉर थ्री पीपल, या फिर टू सिट ऑन, इत्थे सिट दे नाल ऑन भी लगेगा, सॉरी ऑन तुसीं नाल लाउणा ऑन। जेकर तुसीं इत्थे फॉर थ्री पीपल कह दिंदे हो वो भी बिल्कुल राइट है। अगला 8वां देखो, यू कांट सी सम थिंग्स विदाउट अ माइक्रोस्कोप, तुसीं कुछ चीज़ां नूं माइक्रोस्कोप तो बिना नहीं देख सकते, दे आर टू समॉल, क्योंकि वो हद तो ज़्यादा छोटियां ने। किहड़ियां चीज़ां समॉल किहड़ियां ने, सम मतलब कि सम थिंग्स, इत्थे थिंग्स आपां नाल ऐड करांगे, सम थिंग्स की ने इज एम आर चों प्लूरल है आर, सम थिंग्स आर टू स्मॉल,
ਛੋਟੀਆਂ ਨੇ, ਕਾਦੇ ਲਈ ਛੋਟੀਆਂ ਨੇ? ਦੇਖਣ ਦੇ ਲਈ, ਟੂ ਸੀ, ਟੂ ਸੀ। ਹੁਣ ਜੇਕਰ ਆਪਾਂ ਚਾਹੀਏ ਤਾਂ ਇੱਥੇ ਆਪਾਂ ਇਸ ਨੂੰ ਸਟਾਪ ਵੀ ਕਰ ਸਕਦੇ ਹਾਂ। ਸਮ ਥਿੰਗਸ ਆਰ ਟੂ ਸਮਾਲ ਟੂ ਸੀ, ਇੱਥੇ ਸਟਾਪ ਹੋ ਸਕਦਾ, ਕੋਈ ਪ੍ਰੋਬਲਮ ਨਹੀਂ, ਬਟ ਥੋੜੀ ਜਿਹੀ ਸੈਂਸ ਕੰਪਲੀਟ ਕਰਨ ਵਾਸਤੇ ਆਪਾਂ ਨਾਲ ਮੈਂਸ਼ਨ ਕਰ ਸਕਦੇ ਹਾਂ ਟੂ ਸੀ ਵਿਦਆਊਟ ਅ ਮਾਈਕਰੋਸਕੋਪ। ਆਪਾਂ ਕਹਿ ਸਕਦੇ ਹਾਂ ਟੂ ਸੀ ਵਿਦਆਊਟ, ਐਚ ਨਹੀਂ ਆਏਗਾ, ਸੌਰੀ, ਵਿਦਆਊਟ ਅ ਮਾਈਕਰੋਸਕੋਪ। ਸਮ ਥਿੰਗਸ ਆਰ ਟੂ ਸਮਾਲ ਟੂ ਸੀ ਵਿਦਆਊਟ ਅ ਮਾਈਕਰੋਸਕੋਪ। ਦੇਖੋ ਦੋ ਸੈਂਟੈਂਸਾਂ ਦੇ ਸਾਰੇ ਇੱਕ ਸੈਂਟੈਂਸ ਬਣ ਗਏ। ਸੋ ਆਪਾਂ ਨੇ ਆਪਣੀ ਇਸ ਯੂਨਿਟ ਦੇ ਵਿੱਚੋਂ ਸਿਰਫ ਇਸ ਦਾ ਫਸਟ ਅਤੇ ਥਰਡ ਪਾਰਟ ਹੀ ਕਰਨਾ ਹੈ। ਆਈ ਹੋਪ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ। ਹੋ ਸਕਦਾ ਹੈ ਥੋੜੀ ਵੀਡੀਓ ਦੀ ਲੈਂਥ ਹੈ ਜਿਹੜੀ ਉਹ ਵੱਡੀ ਹੋ ਗਈ ਹੋਵੇ, ਬਟ ਆਪਣਾ ਮਕਸਦ ਇਹ ਹੁੰਦਾ ਕਿ ਤੁਹਾਨੂੰ ਸਮਝ ਆ ਜਿਹੜਾ ਉਹ ਚੰਗੀ ਤਰ੍ਹਾਂ ਆਵੇ। ਵੀਡੀਓ ਵੱਡੀ ਛੋਟੀ ਉਸ ਦੀ ਕੋਈ ਪ੍ਰੋਬਲਮ ਨਹੀਂ। ਸੋ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰੋ, ਔਰ ਜੇਕਰ ਤੁਸੀਂ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਸੋ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ, ਉਦੋਂ ਤੱਕ ਦਿਓ ਇਜਾਜ਼ਤ। ਥੈਂਕ ਯੂ ਸੋ ਮਚ।